ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਹਰ ਰੋਜ਼ ਦੀ ਤਰ੍ਹਾਂ ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਨੇ ਸੁਸ਼ੀਲ ਦਸਾਂਝ। ਅਸੀਂ ਮਿਲ ਜੁਲ ਕੇ ਕੁਝ ਖਬਰਾਂ ਤੇ ਮਾਰਾਂਗੇ ਝਾਤੀ। ਤੇ ਸਭ ਤੋਂ ਪਹਿਲਾਂ ਦਸਾਂਝ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ 'ਚ। ਜੀ ਆਇਆਂ ਨੂੰ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਹਰਜੀਤ ਗਿੱਲ ਜੀ। ਤੇ ਟੀਵੀ ਪੰਜਾਬੀ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਵੀ ਚੰਡੀਗੜ੍ਹ ਸਟੂਡੀਓ ਤੋਂ ਸਵਾਗਤ ਹੈ। ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਹਰਜੀਤ ਗਿੱਲ ਜੀ। ਹਾਂਜੀ, ਦਸਾਂਝ ਸਾਹਿਬ, ਸਭ ਤੋਂ ਪਹਿਲਾਂ ਤਾਂ ਖਬਰ, ਕਿਉਂਕਿ ਕੱਲ੍ਹ ਦੀਵਾਲੀ ਦੀ ਛੁੱਟੀ ਸੀ ਤੇ ਦੀਵਾਲੀ ਦੇ ਦੌਰਾਨ, ਦੀਵਾਲੀ ਤੋਂ ਅਗਲੇ ਦਿਨ ਇੱਕ ਪ੍ਰੈਸ ਕਾਨਫਰੰਸ ਹੋਈ। ਫਿਰ ਉਹ ਮਜਬੂਰੀ ਸਾਡੀ ਕਿ ਖਬਰ ਫਿਰ ਕਾਂਗਰਸ ਦੀ ਲੈਣੀ ਪੈਂਦੀ ਆ। ਉਹ 'ਚ ਬੜਿਆ ਧੜੱਲੇਦਾਰ ਤਰੀਕੇ ਨਾਲ ਫਿਰ ਨਵਜੋਤ ਸਿੱਧੂ ਨਹੀਂ ਬੜੇ ਅਗਰੈਸਿਵ ਮੂਡ 'ਚ ਨਜ਼ਰ ਆਏ। ਉਹਨਾਂ ਨੇ ਮੇਰੇ ਖਿਆਲ ਤੋਂ, ਹੁਣ ਮੈਨੂੰ ਇੱਕ ਹੋਰ ਹੈਰਾਨੀ ਵੀ ਹੋਈ ਕਿ ਮੇਰੇ ਖਿਆਲ ਨਾਲ ਉਹਨਾਂ ਦੇ ਜਗਤਾਰ ਸਿੱਧੂ ਵੀ ਬੈਠੇ ਹੋਏ ਸੀ ਪ੍ਰੈਸ ਕਾਨਫਰੰਸ ਦੇ ਵਿੱਚ। ਉਹ ਮੈਂ ਜਾਣਨਾ ਚਾਹੁੰਦਾ ਸੀ ਕਿ ਕੀ ਉਹ ਵੀ ਉਹਨਾਂ ਦੇ ਸਲਾਹਕਾਰ ਬਣ ਗਿਆ ਜਾਂ ਉਹ ਪ੍ਰਧਾਨ ਵਗੈਰਾ ਨੇ ਚੰਡੀਗੜ੍ਹ, ਤੁਹਾਡੀ ਚੰਡੀਗੜ੍ਹ ਪ੍ਰੈਸ ਕਲੱਬ ਦੇ, ਕਿ ਕੋਈ ਤੁਹਾਡੇ ਮੈਂਬਰ ਨਾਲ ਬੈਠੇ ਹੁੰਦੇ ਆ। ਉਹ ਦੋ ਵਿਅਕਤੀ ਜਿਹੜੇ ਬੈਠੇ ਸੀ ਉਹ ਬਾਰ-ਬਾਰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ। ਇੱਕ ਵਿਅਕਤੀ ਇੱਕ ਸਵਾਲ ਤੇ ਸਿੱਧੂ ਸਾਹਿਬ ਕਹਿ ਰਹੇ ਸੀ ਨਹੀਂ ਪੁੱਛਣ ਦਿਓ, ਖੁੱਲ੍ਹ ਕੇ ਪੁੱਛੋ, ਸਾਰੇ ਪੁੱਛੋ। ਤੇ ਉਹ ਜਿਹੜਾ ਉਹਨਾਂ ਦਾ ਪੁਰਾਣਾ ਸਟਾਈਲ ਉਹ 'ਚ ਵਾਪਸ ਆਉਂਦੇ ਨਜ਼ਰ ਆਏ। ਦੂਜੇ ਪਾਸੇ ਉਹਨਾਂ ਐਲਾਨ ਕਰਤਾ ਕਿ ਅਸਤੀਫਾ ਮੈਂ ਵਾਪਸ ਲੈ ਲਿਆ ਆਪਣਾ, ਪਰ ਮੈਂ ਕਾਂਗਰਸ ਭਵਨ ਉਦਣ ਹੀ ਜਾਊਂਗਾ ਜਿੱਦਣ ਐਡਵੋਕੇਟ ਜਨਰਲ ਨੂੰ ਹਟਾ ਦੋਗੇ। ਅਜੇ ਵੀ ਕਿਤੇ ਨਾ ਕਿਤੇ ਉਹਨਾਂ ਦਾ ਪੇਚਾ ਸਰਕਾਰ ਵਾਲੀ ਧਿਰ ਨਾਲ ਜਿਹੜਾ ਉਹ ਲਗਾਤਾਰ ਜਾਰੀ ਲੱਗਦਾ। ਦੇਖੋ, ਜਿਹੜੇ ਉਹ ਦੋ ਵਿਅਕਤੀ ਨਾਲ ਸੀ ਪ੍ਰੈਸ ਕਾਨਫਰੰਸ ਦੇ ਵਿੱਚ, ਜਗਤਾਰ ਸਿੱਧੂ ਤੇ ਸੁਰਿੰਦਰ ਡੱਲਾ, ਹਾਂਜੀ, ਇਹ ਅਸਲ 'ਚ ਉਹਨਾਂ ਦੇ ਪ੍ਰੈਸ ਸਲਾਹਕਾਰ ਲਾਏ ਹੋਏ ਆ ਅੱਛਾ, ਨਵਜੋਤ ਜਗਤਾਰ ਸਿੰਘ ਸਿੱਧੂ ਸਿੱਧੂ ਵੀ ਨੇ। ਉਹਨਾਂ ਦੇ ਸਲਾਹਕਾਰ ਨੇ? ਹਾਂਜੀ ਹਾਂਜੀ, ਪ੍ਰੈਸ ਅੱਛਾ ਪ੍ਰੈਸ ਮੀਡੀਆ ਸਲਾਹਕਾਰ, ਅੱਛਾ, ਮੀਡੀਆ ਮੈਂ ਸੋਚ ਰਿਹਾ ਸਲਾਹਕਾਰ। ਸੀ, ਮੇਰੇ ਦਿਮਾਗ 'ਚ ਇਹ ਸੀ, ਮੈਂ ਤੁਹਾਡੇ ਕੋਲ ਜਾਣਨਾ ਹੀ ਚਾਹੁੰਦਾ ਸੀ। ਮੈਂ ਚਲੋ ਔਨ 에ਅਰ ਹੀ ਪੁੱਛ ਲੈਂਦੇ ਹਾਂ ਕਿ ਸ਼ਾਇਦ ਉਹ ਕੋਈ ਅਹੁਦੇਦਾਰ ਹੋਣਗੇ ਪ੍ਰੈਸ ਕਲੱਬ ਚੰਡੀਗੜ੍ਹ ਦੇ, ਤਾਂ ਕਰਕੇ ਉਹ ਕੰਟਰੋਲ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਪਰ ਉਹਨਾਂ ਦੀ ਸੁਣਵਾਈ ਕੋਈ ਹੋ ਨਹੀਂ ਸੀ ਰਹੀ। ਸਿੱਧੂ ਹੋਰਾਂ ਦਾ ਜਿਹੜਾ ਤਰੀਕਾਕਾਰ ਹੈ, ਆਪਾਂ ਨੂੰ ਲੱਗਦਾ ਕਿ ਉਹ ਵਿਚਾਰੇ ਬਿਠਾਏ ਸੀਗੇ, ਪਰ ਉਹਨਾਂ ਦੀ ਸੁਣੀ ਕੋਈ ਗੱਲ ਨਹੀਂ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ। ਜਗਤਾਰ ਸਿੱਧੂ ਐਕਸ ਪ੍ਰੈਜ਼ੀਡੈਂਟ ਨੇ, ਪ੍ਰੈਸ ਕਲੱਬ ਚੰਡੀਗੜ੍ਹ ਦੇ ਹਾਂਜੀ, ਸਾਬਕਾ ਪ੍ਰਧਾਨ ਹੈ। ਤੇ ਇਹ ਮੌਜੂਦਾ ਪ੍ਰਧਾਨ ਨਹੀਂ, ਉਹ ਸਿਰਫ ਇਸ ਹੈਸੀਅਤ 'ਚ ਬੈਠੇ ਸੀ। ਉਹ ਮੀਡੀਆ ਸਲਾਹਕਾਰ ਦੇ ਤੌਰ ਤੇ ਦੋਵੇਂ, ਸੁਰਿੰਦਰ ਡੱਲਾ ਤੇ ਉਹਨੂੰ ਦੋਨਾਂ ਨੂੰ ਬਿਠਾਇਆ ਹੋਇਆ ਸੀ ਨਾਲ। ਤੇ ਦੂਜੀ ਗੱਲ ਇਹ ਆ ਕਿ ਜਗਤਾਰ ਸਿੱਧੂ ਬਾਰੇ ਅਸੀਂ ਪਹਿਲਾਂ ਹੀ ਇਹ ਗੱਲਾਂ ਕਰਦੇ ਰਹੇ ਹਾਂ ਵੀ ਉਹ ਬਹੁਤੀ ਦੇਰ ਇੱਕ ਥਾਂ ਦੇ ਉੱਤੇ ਟਿਕ ਕੇ ਨਹੀਂ ਬੈਠ ਸਕਦੇ। ਉਹ ਸਵੇਰੇ ਕੁਝ ਹੁੰਦੇ ਆ, ਦੁਪਹਿਰ ਤੱਕ ਕੁਝ ਹੋ ਜਾਂਦੇ ਆ, ਸ਼ਾਮ ਤੱਕ ਕੁਝ ਹੋ ਜਾਂਦੇ ਆ। ਤੇ ਹੁਣ ਤਾਂ ਹੈਰਾਨੀ, ਹੁਣ ਉਹ ਵੀ ਘਟ ਗਈ। ਵਿੱਚ ਵਿੱਚ ਹੈਰਾਨੀ ਜਿਹੀ ਹੋਣ ਲੱਗਦੀ ਸੀ ਵੀ ਕਿਸ ਤਰ੍ਹਾਂ ਦਾ ਇਹਨਾਂ ਦਾ ਵਿਹਾਰ ਹੈ। ਵੀ ਇੱਕ ਪਾਸੇ ਤਾਂ ਐਂ ਲੱਗਦਾ ਕਿ ਸਾਹਮਣੇ ਵਾਲੇ ਨੂੰ ਜਿਹੜਾ ਆ ਉਹਨੂੰ ਬਸ ਛੱਡਣਾ ਨਹੀਂ ਹੈ, ਤੇ ਦੂਜੇ ਪਾਸੇ ਫਿਰ ਨਾਲ ਦੀ ਨਾਲ ਹੀ ਜੱਫੀਆਂ ਜੁੱਫੀਆਂ ਪੈ ਜਾਂਦੀਆਂ ਤੇ ਇਕੱਠੇ ਯਾਤਰਾਵਾਂ ਤੇ ਚੱਲ ਜਾਂਦੇ ਆ। ਤੇ ਫਿਰ 2 ਦਿਨ ਵੀ ਨਹੀਂ ਗੁਜ਼ਰਦੇ ਤੇ ਫਿਰ ਉਸੇ ਮੋੜ 'ਚ ਆ ਜਾਂਦੇ ਆ। ਸੋ ਜਿਸ ਢੰਗ ਦੇ ਨਾਲ ਉਹਨਾਂ ਨੇ ਅਸਤੀਫਾ ਆਪਣਾ ਵਾਪਸ ਲੈਣ ਦਾ ਐਲਾਨ ਕਰਦਿਆਂ ਹੀ ਇੱਕ ਵਾਰ ਫੇਰ ਜਿਹੜਾ ਹਮਲਾ ਬੋਲਿਆ ਆਪਣੀ ਹੀ ਸਰਕਾਰ ਦੇ ਉੱਤੇ, ਉਹ ਤੋਂ ਪਤਾ ਲੱਗ ਗਿਆ ਕਿ ਉਹ ਇੱਕ ਐਸੀ ਲਾਈਨ ਤੇ ਆ ਕੇ ਖੜ ਗਏ ਨੇ ਜਿੱਥੋਂ ਉਹ ਵਾਪਸ ਨਹੀਂ ਮੁੜ ਪਾ ਰਹੇ, ਤੇ ਨਾ ਹੀ ਵਾਪਸ ਉਹਨਾਂ ਤੋਂ ਮੁੜ ਹੋਣਾ। ਤੇ ਆਖਰਕਾਰ ਮੇਰਾ ਮੰਨਣਾ ਹੈ ਕਿ ਕਾਂਗਰਸ ਪਾਰਟੀ ਤੋਂ ਬਾਹਰ ਜਾ ਕੇ ਉਹਨਾਂ ਨੇ ਆਪਣਾ ਇਸੇ ਸਟਾਈਲ ਦੇ ਨਾਲ ਇੱਕ ਆਪਣਾ ਰੌਂ ਜਿਹਾ ਬਣਾ ਕੇ ਰੱਖਣਾ, ਤਾਂ ਜੋ ਲੋਕਾਂ 'ਚ ਇਹ ਗੱਲ ਜਾਵੇ ਵੀ ਹਾਂ, ਇਹ ਬੰਦਾ ਜਿਹਨੇ ਮੁੱਦਿਆਂ ਦੇ ਉੱਤੇ ਜਿਹੜਾ ਆ ਆਪਣੀ ਕੁਰਸੀ ਵੀ ਜਿਹੜੀ ਛੱਡ ਦਿੱਤੀ ਆ। ਅਸਤੀਫਾ ਵਾਪਸ ਲੈਣ ਦਾ ਮਤਲਬ ਅਸਤੀਫਾ ਵਾਪਸ ਲੈਣਾ ਨਹੀਂ ਹੈ, ਸਗੋਂ ਅਸਤੀਫਾ ਵਾਪਸ ਲੈਣ ਦਾ ਮਤਲਬ ਹੈ ਕਿ ਮੈਂ ਤਾਂ ਕਾਂਗਰਸ 'ਚ ਗਿਆ ਤੇ ਹੁਣ ਮੈਨੂੰ ਕੱਢ ਦਿਓ, ਤੁਸੀਂ ਕੱਢ ਦਿਓ, ਤਾਂ ਜੋ ਮੇਰੇ ਨਾਲ ਇੱਕ ਪੂਰੀ ਸਿੰਪਥੀ ਹੋ ਜਾਵੇ ਵੀ ਇਹ ਬੰਦਾ ਜਿਹੜਾ ਆ ਮੁੱਦਿਆਂ ਤੇ ਲੜਦਾ ਰਿਹਾ, ਤੇ ਕਾਂਗਰਸ ਪਾਰਟੀ ਦੀ ਹਾਈਕਮਾਨ ਨੂੰ ਜਾਂ ਕਾਂਗਰਸ ਦੀ ਪੰਜਾਬ ਦੀ ਸਰਕਾਰ ਨੂੰ ਇਹ ਬੰਦਾ ਚਾਹੀਦਾ ਨਹੀਂ। ਤੇ ਉਹਨਾਂ ਨੇ ਹੌਲੀ ਹੌਲੀ ਇਸ ਬੰਦੇ ਨੂੰ ਕਾਂਗਰਸ ਪਾਰਟੀ ਤੋਂ ਬਾਹਰ ਕਰ ਦਿੱਤਾ। ਤੇ ਫਿਰ ਇੱਕ ਹਮਦਰਦੀ ਇਸ ਗੱਲ ਨਾਲ ਜੁੜ ਜਾਏ ਵੀ ਦੇਖੋ, ਨਵਜੋਤ ਸਿੰਘ ਸਿੱਧੂ ਨੇ ਮੁੱਦਿਆਂ ਤੇ ਲੜਾਈ ਲੜੀ ਹੈ, ਤੇ ਕਾਂਗਰਸ ਦੇ ਅੰਦਰ ਰਹਿ ਕੇ ਵੀ ਲੜਾਈ ਲੜਦਿਆਂ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਹੁੰਦਿਆਂ ਸਾਰੀਆਂ ਚੀਜ਼ਾਂ ਹੋ ਜਾਣ, ਠੀਕ ਹੋ ਜਾਣ। ਪਰ ਉਹਨਾਂ ਨੇ ਠੀਕ ਕਰਨ ਦੀ ਥਾਂ ਦੇ ਉੱਤੇ ਸਗੋਂ ਇਸ ਇਮਾਨਦਾਰ, ਓਨੈਸਟ, ਲੜਨ ਵਾਲੇ ਯੋਧੇ ਦੀ ਬਲੀ ਲੈ ਲਈ।
ਇਹ ਨੈਰੇਟਿਵ ਜਿਹੜਾ ਹੁਣ ਉਹਨਾਂ ਦਾ ਉਸਾਰਨ ਦਾ ਮਤਲਬ ਇਹੀ ਹੈ ਵੀ ਜਿਸ ਢੰਗ ਦੇ ਨਾਲ ਉਹਨਾਂ ਨੇ ਅਸਤੀਫਾ ਵੀ ਵਾਪਸ ਲੈ ਲਿਆ, ਦੂਜਾ ਨਾਲ ਦੀ ਨਾਲ ਕਹਿਤਾ ਜਿੰਨੀ ਦੇਰ ਤੱਕ ਐਡਵੋਕੇਟ ਜਨਰਲ ਦਾ ਤੇ ਨਾਲ ਦੀ ਨਾਲ ਡੀਜੀਪੀ ਪੰਜਾਬ ਦਾ ਮਸਲਾ ਹੱਲ ਨਹੀਂ ਹੁੰਦਾ, ਮੈਂ ਆਪਣੇ ਦਫ਼ਤਰ ਨਹੀਂ ਬਣਨਾ ਪੰਜਾਬ ਕਾਂਗਰਸ ਭਵਨ। ਜੇ ਤੁਸੀਂ ਅਸਤੀਫਾ ਵੀ ਵਾਪਸ ਲੈ ਰਹੇ ਹੋ ਤੇ ਕਾਂਗਰਸ ਭਵਨ ਨਹੀਂ ਜਾ ਰਹੇ, ਫਿਰ ਐਜ਼ ਏ ਪ੍ਰੈਜ਼ੀਡੈਂਟ ਕਰ ਕੀ ਰਹੇ? ਕੀ ਐਜ਼ ਏ ਪ੍ਰੈਜ਼ੀਡੈਂਟ ਫਿਰ ਤੁਹਾਡਾ ਇਹੀ ਕੰਮ ਰਹਿ ਗਿਆ ਵੀ ਤੁਸੀਂ ਸਮੇਂ-ਸਮੇਂ ਦੇ ਉੱਤੇ ਆਪਣੀ ਸਰਕਾਰ ਨੂੰ ਜਿਹੜਾ ਘੇਰਨਾ ਹੈ ਤੇ ਆਪਣਾ ਇੱਕ ਅਕਸ ਬਣਾਉਣਾ ਹੈ ਕਿ ਮੈਂ ਭਾਈ ਉਹਦਾ ਆ, ਮੈਂ ਲੜਨ ਵਾਲਾ ਹੈ। ਤੇ ਨਾਲ ਇਹ ਵੀ ਕਹਿ ਦਿੱਤਾ ਕਿ ਜਿੰਨੀ ਦੇਰ ਤੱਕ ਇਹ ਨਹੀਂ ਮਸਲਾ ਹੱਲ ਹੁੰਦਾ, ਅਸੀਂ ਪੰਜਾਬ ਦੇ ਵਿੱਚ ਪਾਰਟੀ ਵੱਲੋਂ ਕੋਈ ਕੰਪੇਨ ਨਹੀਂ ਸ਼ੁਰੂ ਕਰਨੀ। ਪਾਰਟੀ ਦੇ ਵਰਕਰ ਇੱਕ ਵਰਕਰ ਜਿਹੜਾ ਉਦੋਂ ਸਟਾਰ ਪ੍ਰਚਾਰਕ ਬਣ ਕੇ ਜਾਊਗਾ ਪਿੰਡਾਂ ਦੇ ਵਿੱਚ, ਜਦੋਂ ਆ ਜਿਹੜੇ ਮੈਂ ਮੁੱਦੇ ਰੱਖੇ ਇਹ ਜਿਹੜੇ ਹੱਲ ਕਰਨੇ ਜਾਣ। ਸੋ ਇਹ ਜਿਸ ਢੰਗ ਦੇ ਨਾਲ ਚੱਲ ਰਹੇ ਨੇ ਨਵਜੋਤ ਸਿੰਘ ਸਿੱਧੂ, ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਲੰਮਾ ਸਮਾਂ ਹੁਣ ਉਹ ਕਾਂਗਰਸ ਪਾਰਟੀ 'ਚ ਰਹਿ ਸਕਣਗੇ। ਬਾਕੀ ਭਾਈ ਪਤਾ ਨਹੀਂ ਕਾਂਗਰਸ ਹਾਈਕਮਾਨ ਦੇ ਮਨ 'ਚ ਕੀ ਹੈ। ਉਹ ਤਾਂ ਕੈਪਟਨ ਅਮਰਿੰਦਰ ਦੇ ਮਾਮਲੇ 'ਚ ਵੀ ਕਾਫੀ ਲੰਮਾ ਸਮਾਂ ਉਹਨਾਂ ਨੇ ਲਾਇਆ ਕਿ ਮਤਲਬ ਉਹਨਾਂ ਨੇ ਐਕਸ਼ਨ ਲਿਆ ਹੀ ਕੋਈ ਨਹੀਂ। ਕੈਪਟਨ ਅਮਰਿੰਦਰ ਆਪ ਹੀ ਬਾਹਰ ਗਏ ਆ ਤੇ ਨਵਜੋਤ ਸਿੰਘ ਸਿੱਧੂ ਬਾਰੇ ਕੀ ਉਹਨਾਂ ਨੂੰ ਇੰਨਾ ਸਮਾਂ ਹੋਰ ਦਿੰਦੇ ਆ ਵੀ ਇਸੇ ਤਰ੍ਹਾਂ ਬੋਲਦੇ ਰਹਿਣ ਆਪਣੀ ਹੀ ਸਰਕਾਰ ਦੇ ਖਿਲਾਫ। ਤੇ ਜੋ ਸਰਕਾਰ ਚੰਨੀ ਸਰਕਾਰ ਜਾਂ ਚਰਨਜੀਤ ਸਿੰਘ ਚੰਨੀ ਥੋੜਾ ਬਹੁਤ ਵੀ ਕਰ ਰਹੇ ਨੇ ਜੋ ਉਹਨਾਂ ਦੇ ਬੱਸ 'ਚ ਹੈ, ਉਹ ਜਿੰਨਾ ਕੁ ਕਰਦੇ ਨੇ, ਜਿੰਨਾ ਕੁ ਲੋਕਾਂ ਦੇ ਵਿੱਚ ਬਿਹਤਰ ਉਹਨਾਂ ਦਾ ਅਕਸ ਜਾਂਦਾ, ਉਹ ਤੋਂ ਦੁੱਗਣਾ ਨਵਜੋਤ ਸਿੰਘ ਸਿੱਧੂ ਜਿਹੜੇ ਆ ਨਾਲ ਵਿਗਾੜ ਦਿੰਦੇ ਆ। ਉਹ ਤਾਂ ਦੀਵਾਲੀ ਦੇ ਸ਼ਗਨ ਦਿੰਦੇ ਫਿਰਦੇ ਸੀ ਚਰਨਜੀਤ ਸਿੰਘ ਚੰਨੀ ਲੋਕਾਂ ਨੂੰ 31-31 ਰੁਪਏ, ਜਾਂ ਝੁੱਗੀ ਵਾਲਿਆਂ 'ਚ ਜਾ ਕੇ ਦੀਵਾਲੀ ਮਨਾ ਰਹੇ ਸੀ ਤੇ ਉਹਨਾਂ ਨੂੰ ਮਾਲਕਾਨਾ ਹੱਕ ਦੇ ਰਹੇ ਸੀ, ਤੇ ਨਵਜੋਤ ਸਿੰਘ ਸਿੱਧੂ ਨਾਲ ਦੀ ਨਾਲ ਹੀ ਉਹਨਾਂ ਤੇ ਹਮਲਾਵਰ ਹੋ ਰਹੇ ਸੀ। ਦੂਜਾ ਉਹਨਾਂ ਦੀ ਪ੍ਰੈਸ ਕਾਨਫਰੰਸ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਦੀ, ਉਹਦੇ 'ਚ ਨਾਂ ਭਾਵੇਂ ਨਹੀਂ ਲਿਆ ਪਰ ਉਹਨਾਂ ਨੇ ਆਪਣੇ ਪਾਰਟੀ ਦੇ ਅੰਦਰ ਹੀ ਜਾਣੀ ਉਹਨਾਂ ਨੇ ਇੱਕ ਲਕੀਰ ਖਿੱਚ ਦਿੱਤੀ ਹੈ ਕਿ ਮੇਰਾ ਅਸਲੀ ਦੁਸ਼ਮਣ ਕੌਣ ਹੈ ਇਸ ਪਾਰਟੀ 'ਚ। ਉਹਨਾਂ ਨੇ ਪੰਜਾਬ ਦੇ ਗ੍ਰਹਿ ਮੰਤਰੀ ਦੀ ਜਿਹੜੀ ਆ ਉਹਨੂੰ ਘੇਰੇ 'ਚ ਲਿਆ ਕਿਸਮ ਦਾ, ਕਹਿ ਕੇ ਬੇਅਦਬੀ ਕਾਂਡ ਦਾ ਮਾਮਲਾ ਲੈ ਕੇ ਜਾਂ ਹੋਰ ਗੱਲਾਂ ਕਰਕੇ, ਜਾਂ ਇਹ ਕਹਿ ਕੇ ਵੀ ਜਿਹੜੇ ਪੁਲਿਸ ਜਿਹੜੀ ਡੰਡੇ ਮਾਰ ਕੇ ਆ ਗਈ ਸੀ ਸੁਮੇਧ ਸੈਣੀ ਦੇ ਘਰ, ਤੇ ਉਦੋਂ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਇਕੱਲੇ ਡੰਡੇ ਮਾਰ ਨਹੀਂ ਜਾਣਾ, ਕੰਧ ਟੱਪ ਕੇ ਫੜ ਲੈਣਾ, ਅਸੀਂ ਨਾਲ ਦੀ ਨਾਲ ਐਕਸ਼ਨ ਕਰਾਂਗੇ। ਜੀ ਮਤਲਬ ਇਹ ਲਫ਼ਜ਼ ਭਾਵੇਂ ਉਹਨੇ ਨਹੀਂ ਵਰਤਿਆ ਪਰ ਇਹ ਕਹਿੰਦੇ ਕੌਣ ਸੀ? ਸੁਖਜਿੰਦਰ ਰੰਧਾਵਾ ਹੀ ਕਹਿੰਦੇ ਸੀ ਨਾ। ਤੇ ਉਹਨਾਂ ਨੇ ਇਹ ਲਕੀਰ ਖਿੱਚਦੀ ਹੈ ਕਿ ਮੇਰਾ ਅਸਲੀ ਸਿਆਸੀ ਦੁਸ਼ਮਣ ਪਾਰਟੀ ਦੇ ਅੰਦਰ ਹੀ ਸੁਖਜਿੰਦਰ ਰੰਧਾਵਾ ਹੈ, ਜਿਹਨੇ ਮੇਰੇ ਰਸਤੇ 'ਚ ਕੰਢੇ ਬੀਜੇ ਆ। ਸੁਖਜਿੰਦਰ ਰੰਧਾਵੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਕੈਪਟਨ ਅਮਰਿੰਦਰ ਦੀ ਕੁਰਸੀ ਜਿਹੜੀ ਹੈ ਉਹ ਖੋਈ ਸੀ। ਹੁਣ ਸੁਖਜਿੰਦਰ ਰੰਧਾਵਾ ਹੀ ਉਹਨਾਂ ਦੀ ਕੁਰਸੀ ਦੇ ਅੰਦਰ ਹਰਡਲ ਹੈ ਇੱਕ। ਇਸ ਤਰ੍ਹਾਂ ਦਾ ਯਾਨੀ ਉਹਨਾਂ ਨੇ ਮਤਲਬ ਪ੍ਰੈਸ ਕਾਨਫਰੰਸ 'ਚ ਇਸ ਤਰ੍ਹਾਂ ਦੇ ਇਸ਼ਾਰੇ ਕੀਤੇ ਆ ਕਿ ਹੁਣ ਉਹਨਾਂ ਦੀ ਅਗਲੀ ਲੜਾਈ ਸੁਖਜਿੰਦਰ ਰੰਧਾਵਾ ਨਾਲ ਵੀ ਹੋਣੀ ਹੈ। ਸੋ ਕਿਸੇ ਨਾਲ ਵੀ ਸੂਤ ਨਹੀਂ ਬੈਠਦੇ ਨਵਜੋਤ ਸਿੰਘ ਸਿੱਧੂ, ਫਿਰ ਉਹ ਕਾਂਗਰਸ ਦੇ ਸੂਤ ਕਿੱਦਾਂ ਬੈਠਣਗੇ, ਇਹ ਵੱਡਾ ਸਵਾਲ ਹੈ ਜੀ। ਦਸਾਂਝ ਸਾਹਿਬ ਆਪਣਾ ਆਪਣਾ ਨਜ਼ਰੀਆ, ਚਲੋ ਇੱਥੇ ਆਪਾਂ ਹੋਰ ਥੋੜੀ ਜਿਹੀ ਗੱਲ ਕਰ ਲੈਂਦੇ ਆ। ਇੱਕ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ 100 ਸੀਟ ਕਾਂਗਰਸ ਨੂੰ ਦਵਾ ਦੇਣੀ ਆ, ਦਾਅਵਾ ਉਹਨਾਂ ਨੇ ਕਰ ਦਿੱਤਾ ਕਿ ਕੋਈ ਗੱਲ ਨਹੀਂ ਭਾਵੇਂ ਸਮਾਂ ਸਾਡੇ ਕੋਲ ਥੋੜਾ, ਪਰ 100 ਦੇ ਕਰੀਬ ਅਸੀਂ ਸੀਟਾਂ ਲੈ ਕੇ ਜਿੱਤਾਂਗੇ। ਦੂਜੇ ਪਾਸੇ ਜਿਹੜਾ ਇਹ ਨੈਰੇਟਿਵ ਸਿਰਜ ਰਿਹਾ ਬਿਰਤਾਂਤ ਜਿੱਦਾਂ ਦਾ ਆਪਾਂ ਮਹਿਸੂਸ ਕਰ ਰਹੇ ਹਾਂ ਸਾਰੇ ਜਾਣੇ, ਤੇ ਵੀ ਉਹ ਚਾਹ ਰਿਹਾ ਕਿ ਮੈਨੂੰ ਇੱਕ ਯੋਧੇ ਦੇ ਰੂਪ 'ਚ, ਇੱਕ ਕੁਰਬਾਨੀ ਤਿਆਗ ਕਰਨ ਵਾਲੇ ਵਿਅਕਤੀ ਦੇ ਰੂਪ 'ਚ ਵੇਖਿਆ ਜਾਵੇ। ਤੇ ਜੇ ਸੱਚਮੁੱਚ ਹੀ ਇੱਕ ਬਾਰ-ਬਾਰ ਉਹ ਇਹ ਵੀ ਕਹਿੰਦੇ ਰਹੇ ਕਿ ਹਾਈ ਕਮਾਂਡ ਸਾਡੇ ਨਾਲ ਖੜੀ ਆ, ਹਾਈ ਕਮਾਂਡ ਸਾਨੂੰ ਕਹਿ ਰਹੀ ਸੀ ਇੰਨੇ ਚਿਰ ਤੋਂ, ਹਾਈ ਕਮਾਂਡ ਦੀ ਤੇ ਉਹ ਸਿਫਤ ਕਰਦੇ ਜਾ ਰਹੇ ਸੀਗੇ, ਹਾਈ ਕਮਾਂਡ ਨੂੰ ਉਹਨਾਂ ਨੇ ਨਹੀਂ ਲਿਆ। ਪਰ ਕਿਤੇ ਕਈ ਥਾਂ ਉਹ ਬਦਲੇ ਵੀ, ਜਿਵੇਂ ਉਹਨਾਂ ਨੇ ਲੋਲੀਪੋਪ ਵਾਲਾ ਬਿਆਨ ਸਿੱਧਾ ਹੀ ਕਹਿ ਦਿੱਤਾ ਕਿ ਮੈਂ ਤਾਂ ਕੇਜਰੀਵਾਲ ਨੂੰ ਕਿਹਾ ਸੀ, ਆਪਣੀ ਸਰਕਾਰ ਨੂੰ ਤਾਂ ਮੈਂ ਕਿਹਾ ਹੀ ਨਹੀਂਗਾ। ਤੇ ਕੁਝ ਇੱਕ ਗੱਲਾਂ ਜਿਹੜੀਆਂ ਇਹ ਸਾਨੂੰ ਲੱਗ ਰਹੀਆਂ ਨੇ, ਜੇ ਸੱਚਮੁੱਚ ਹੀ ਇੱਦਾਂ ਨੇ ਤੇ ਜੇ ਉਹ ਪਾਰਟੀ 'ਚੋਂ ਕਿਨਾਰਾ ਕਰ ਲੈਂਦੇ ਇਸ ਮੌਕੇ, ਤੇ ਉਹਨਾਂ ਦਾ ਫਿਰ ਸਿਆਸੀ ਭਵਿੱਖ ਕੀ, ਉਹ ਸੋਚ ਕੇ ਕੀ ਬੈਠੇ ਹੋਣਗੇ, ਕਿਸ ਤਰ੍ਹਾਂ ਦਾ ਸਿਆਸੀ ਭਵਿੱਖ ਉਹਨਾਂ ਦੀ ਨਜ਼ਰ 'ਚ ਹੋਏਗਾ ਕਿ ਮੈਂ ਇੱਦਾਂ ਕਰਾਂ ਤੇ ਮੈਨੂੰ ਇਹ ਤਰਜੀਹ ਦੇ ਆਧਾਰ 'ਤੇ ਕਰਕੇ ਤੇ ਮੈਨੂੰ ਸਿਆਸੀ ਤੌਰ 'ਤੇ ਕੋਈ ਮੇਰੀ ਜਿਹੜੀ ਆ ਉਹ ਜਾਨ ਪੈ ਸਕਦੀ ਆ, ਮੈਂ ਦੁਬਾਰਾ ਪਾਰਟੀ ਨੂੰ ਛੱਡਣ ਦੇ ਬਾਵਜੂਦ ਵੀ ਸੱਤਾ 'ਚ ਜਿਹੜਾ ਉਹ ਜਾ ਸਕਦਾ। ਅਲਟੀਮੇਟਲੀ ਗੋਲ ਤਾਂ ਸੀਐਮ ਦਾ ਹੈ ਨਾ, ਜੇ ਸੀਐਮ ਪਾਰਟੀ ਨਹੀਂ ਬਣਾਉਂਦੀ ਤਾਂ। ਤੇ ਬਾਕੀ ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਕਰੂੰਗਾ, ਸਿਸਟਮ ਵਾਲੀ ਜੋ ਤੁਸੀਂ ਕਰ ਲਓ, ਇਹ 'ਤੇ ਜਵਾਬ ਦੇ ਲਓ, ਫਿਰ ਮੈਂ ਪੁੱਛਾਂਗਾ ਤੁਹਾਨੂੰ।
ਦੋ ਗੱਲਾਂ ਨੇ ਜੀ। ਦੇਖੋ, ਅਸੀਂ ਇਹ ਗੱਲ ਵੀ ਕਹਿੰਦੇ ਆਏ ਆ ਵੀ ਸ਼ਾਇਦ ਇੱਕ ਵੱਖਰੇ ਤਰੀਕੇ ਦੀ ਪੋਲਿਟਿਕਸ ਅਸੀਂ ਪੰਜਾਬ 'ਚ ਦੇਖ ਰਹੇ ਹਾਂ ਵੀ ਜਿਨ੍ਹਾਂ ਨੇ ਵਿਰੋਧੀ ਧਿਰ ਹੋਣਾ ਸੀ ਤੇ ਉਹ ਤਾਂ ਵਿਰੋਧੀ ਧਿਰ ਦੀ ਭੂਮਿਕਾ 'ਚ ਨਜ਼ਰ ਨਹੀਂ ਆਉਂਦੇ। ਤੇ ਕਾਂਗਰਸ ਪਾਰਟੀ ਦੀ ਸਰਕਾਰ ਹੈ, ਸਰਕਾਰ ਕਾਂਗਰਸ ਦੀ ਹੈ ਤੇ ਕਾਂਗਰਸ ਦੇ ਅੰਦਰ ਹੀ ਸਰਕਾਰ ਦੀ ਵਿਰੋਧੀ ਧਿਰ ਬੈਠੀ ਹੈ। ਤੇ ਜਿਹੜੀ ਐਂਟੀ ਇਨਕੰਬੈਂਸੀ ਥੋੜੀ ਬਹੁਤ ਹੈ, ਜਿਹੜੀ ਵਿਰੋਧੀ ਪਾਰਟੀਆਂ ਨੂੰ ਜਾ ਸਕਦੀ ਹੈ, ਨਾਰਾਜ਼ ਜਿਹੜੇ ਲੋਕ ਨੇ, ਉਹ ਨਾਰਾਜ਼ ਲੋਕ ਜਿਹੜੇ ਆ ਉਹ ਵੋਟ ਵਿਰੋਧੀ ਧਿਰ ਨੂੰ, ਸ਼੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਨੂੰ ਕਰਨ ਦੀ ਥਾਂ ਦੇ ਉੱਤੇ ਇਸ ਉਮੀਦ ਦੇ ਨਾਲ ਹੀ ਕਾਂਗਰਸ ਨੂੰ ਫੇਰ ਪਾ ਦੇਣ ਵੀ ਮੁੱਖ ਮੰਤਰੀ ਦਾ ਬਣੂਗਾ ਨਵਜੋਤ ਸਿੰਘ ਸਿੱਧੂ, ਜਿਹੜਾ ਸਾਰੇ ਮਸਲੇ ਹੱਲ ਕਰ ਦੂਗਾ ਜਿਹੜੇ ਉਹ ਦਾਅਵੇ ਕਰਦੇ ਆ। ਸੋ ਕਾਂਗਰਸ ਦੀ ਨਾਰਾਜ਼ ਵੋਟ ਵੀ ਕਾਂਗਰਸ ਨੂੰ ਪੈ ਜਾਵੇ ਨਵਜੋਤ ਸਿੰਘ ਸਿੱਧੂ ਦੇ ਬਹਾਨੇ ਦੇ ਨਾਲ। ਇੱਕ ਤਾਂ ਇਹ ਵੀ ਇੱਕ ਪਾਸਾ ਆ, ਯਾਨੀ ਮੈਂ ਇਹ ਨਹੀਂ ਕਹਿੰਦਾ ਏਦਾਂ ਹੀ ਹੈ, ਪਰ ਇਹ ਹੋ ਸਕਦਾ ਵੀ ਇਲੈਕਸ਼ਨ ਪੋਲਿਟਿਕਸ ਦੇ ਵਿੱਚ, ਚੋਣ ਰਣਨੀਤੀ ਦੇ ਵਿੱਚ ਪਹਿਲੀ ਵਾਰ ਜਿਸ ਤਰ੍ਹਾਂ ਦਾ ਅਸੀਂ ਵਰਤਾਰਾ ਦੇਖ ਰਹੇ ਉਹਦੇ 'ਚ ਇਹ ਵੀ ਇੱਕ ਪੱਖ ਹੋਵੇ। ਪਰ ਦੂਜੀ ਗੱਲ ਇਹ ਆ ਕਿ ਹਾਈ ਕਮਾਨ ਇਸ ਪੱਧਰ ਤੱਕ ਜਾ ਕੇ ਵੀ ਕਿਸੇ ਰਣਨੀਤੀ ਦੇ ਵਿੱਚ ਸ਼ਾਮਲ ਹੋ ਸਕਦੀ ਹੈ। ਇਸ ਤਰ੍ਹਾਂ ਦੀ ਰਣਨੀਤੀ ਹੋ ਸਕਦੀ ਹੈ ਕਿ ਆਪਣੇ ਮੁੱਖ ਮੰਤਰੀ ਨੂੰ ਤੁਸੀਂ ਬਾਰ-ਬਾਰ ਜਿਹੜਾ ਆ ਉਹ ਇਸ ਢੰਗ ਦੇ ਨਾਲ ਮਤਲਬ ਕ੍ਰਿਟੀਸਾਈਜ਼ ਕਰੋ ਵੀ ਉਹ ਬੰਦਾ ਬਹੁਤ ਹੀ ਜ਼ਿਆਦਾ ਨੈਰਿਸ਼ 'ਚ ਚਲ ਜਾਵੇ, ਜਿਹਨੂੰ ਕਹਿੰਦੇ ਆ ਵੀ ਉਦਾਸੀ 'ਚ ਚਲਾ ਜਾਵੇ। ਜਿਸ ਤਰ੍ਹਾਂ ਖਬਰਾਂ ਆਈਆਂ ਸੀ ਜਦੋਂ ਦੇਰ ਰਾਤ ਤੱਕ ਮੀਟਿੰਗ ਹੋਈ ਸੀ ਨਵਜੋਤ ਸਿੰਘ ਸਿੱਧੂ, ਹਰੀਸ਼ ਚੌਧਰੀ ਤੇ ਪ੍ਰਗਟ ਸਿੰਘ ਤੇ ਆਪਣੇ ਚੰਨੀ ਹੋਰਾਂ ਦੀ, ਤੇ ਚੰਨੀ ਹੋਰਾਂ ਨੇ ਅੱਕ ਕੇ ਕਹਿਤਾ ਸੀ ਲੈ ਭਾਈ ਮੈਂ ਤਾਂ ਬਹਿ ਜਾਂਦਾ ਆਰਾਮ ਨਾਲ ਘਰੇ, ਤੇ ਲੈ ਤੁਸੀਂ ਬਣ ਜਾਓ 2 ਮਹੀਨੇ ਲਈ ਮੁੱਖ ਮੰਤਰੀ, ਕਰ ਲਓ ਜੋ ਕਰਨਾ। ਵੀ ਇਸ ਲੈਵਲ ਤੱਕ ਤੁਸੀਂ ਆਪਣੇ ਹੀ ਚੁਣੇ ਹੋਏ, ਆਪਣੇ ਹੀ ਥਾਪੇ ਹੋਏ ਮੁੱਖ ਮੰਤਰੀ ਨੂੰ ਬੇਇੱਜ਼ਤ ਕਰਵਾਓਗੇ। ਇਹ ਵੀ ਕੀ ਇਸ ਤਰ੍ਹਾਂ ਦੀ ਰਣਨੀਤੀ ਦੇ ਵਿੱਚ ਕਾਂਗਰਸ ਹਾਈਕਮਾਨ ਸ਼ਾਮਲ ਹੋ ਸਕਦੀ ਹੈ। ਪਹਿਲੇ ਕਾਂਗਰਸ ਹਾਈਕਮਾਨ ਜਿਹੜੀ ਹੈ ਕੈਪਟਨ ਅਮਰਿੰਦਰ ਦੇ ਮਾਮਲੇ ਦੇ ਵਿੱਚ, ਕੈਪਟਨ ਅਮਰਿੰਦਰ ਨੇ ਜਿੱਦਾਂ ਦੀਆਂ ਗੱਲਾਂ ਕਹੀਆਂ ਵੀ ਮੈਨੂੰ ਬੇਇੱਜ਼ਤ ਕੀਤਾ ਗਿਆ, ਕੀ ਇੱਕ ਹੋਰ ਬੰਦੇ ਨੂੰ ਬੇਇੱਜ਼ਤ ਕੀਤਾ ਜਾ ਸਕਦਾ ਹੈ? ਫਿਰ ਜਿਹੜੇ ਕਾਂਗਰਸ ਪਾਰਟੀ ਦੇ ਅੰਦਰ ਹੀ ਜਿਨ੍ਹਾਂ ਨੂੰ ਅੱਜ ਵਿਰੋਧੀ ਗਰਦਾਨਿਆ ਨਵਜੋਤ ਸਿੰਘ ਸਿੱਧੂ ਨੇ, ਕਿ ਸਾਰੀ ਕਾਂਗਰਸ ਪਾਰਟੀ ਜਿਹੜੀ ਇੱਕ ਪਾਸੇ ਕਰ ਦੇਗੀ ਹਾਈਕਮਾਨ ਤੇ ਇਕੱਲੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਹੀ ਇੰਨੀ ਜਾਨੀ ਕਹਿ ਲਓ ਵੀ ਬਿਲਕੁਲ ਅੱਖਾਂ ਬੰਦ ਕਰਕੇ ਵਿਸ਼ਵਾਸ ਕਰੇਗੀ। ਮੈਨੂੰ ਇਹ ਪੋਸੀਬਿਲਿਟੀ ਨਹੀਂ ਲੱਗਦੀ। ਇਸ ਕਰਕੇ ਮੈਂ ਕਿਹਾ ਕਿ ਅਸਤੀਫਾ ਵਾਪਸ ਦੇ ਕੇ ਪਾਰਟੀ ਤੋਂ ਬਾਹਰ ਜਾਣ ਦਾ ਫੇਰ ਤੋਂ ਰਸਤਾ ਤਿਆਰ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਵੀ। ਜਾਂ ਤਾਂ ਮੇਰੀ ਗੱਲ ਮੰਨ ਲਵੇ ਹਾਈਕਮਾਨ, ਨਹੀਂ ਤਾਂ ਫਿਰ ਮੇਰੇ ਕੋਲ ਬਾਹਰ ਦਾ ਰਸਤਾ ਹੈ। ਤੇ ਬਾਹਰ ਕਰਨਾ ਕੀ, ਇਹ ਵੱਡਾ ਸਵਾਲ ਹੈ। ਉਹਦੇ 'ਚ ਹਾਲੇ ਵੀ ਮੁੱਖ ਮੰਤਰੀ ਦਾ ਕੈਂਡੀਡੇਟ ਨਾ ਐਲਾਨਿਆ ਜਾਣਾ ਆਮ ਆਦਮੀ ਪਾਰਟੀ ਨੂੰ, ਉਹ ਕਿਤੇ ਨਾ ਕਿਤੇ ਸ਼ੱਕ ਪੈਦਾ ਕਰਦਾ ਵੀ ਹੱਲੇ ਵੀ ਘਾਤ ਲਾ ਕੇ ਬੈਠੇ ਨੇ ਅਰਵਿੰਦ ਕੇਜਰੀਵਾਲ, ਦੇਖ ਰਹੇ ਨੇ ਵੀ ਨਵਜੋਤ ਸਿੰਘ ਸਿੱਧੂ ਦਾ ਕੀ ਬਣਦਾ। ਕਿਉਂਕਿ ਜੇ ਪੰਜਾਬ ਹਦੈਸ਼ੀ ਹੋਣ ਦਾ ਇਹ ਜਿਹੜਾ ਢੋਂਗ ਜਿਹੜਾ ਆ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ, ਇਹ ਅਰਵਿੰਦ ਕੇਜਰੀਵਾਲ ਦਾ ਜਿਹੜਾ ਜਿਸ ਤਰੀਕੇ ਦਾ ਕੰਮ ਕਰਨ ਦਾ ਤਰੀਕਾ, ਉਹਦੇ ਤੋਂ ਵੀ ਕਿਤੇ ਵੱਡਾ ਢੋਂਗ ਹੈ। ਤੇ ਇਹ ਲੋਕਾਂ ਨੇ ਪਸੰਦ ਬੜਾ ਕਰਨਾ। ਫਿਰ ਭਗਵੰਤ ਮਾਨ ਦੀ ਵੀ ਸ਼ਾਇਦ ਪਰਵਾਹ ਨਾ ਕਰਨ ਦੂਸਰੇ ਅਰਵਿੰਦ ਕੇਜਰੀਵਾਲ, ਫਿਰ ਉਹਨਾਂ ਨੂੰ ਲੱਗੂਗਾ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਦੇ ਰੂਪ ਦੇ ਵਿੱਚ ਉਹਨਾਂ ਨੂੰ ਭਗਵੰਤ ਮਾਨ ਤੋਂ ਵੀ ਵੱਡਾ ਸਟਾਰ ਮਿਲ ਗਿਆ ਹੈ ਤੇ ਬੜੀ ਧੂਹ ਪੈ ਜਾਏਗੀ ਇੱਕ ਵਾਰੀ ਲੋਕਾਂ ਦੇ ਅੰਦਰ। ਇਹ ਸ਼ਾਇਦ ਏਦਾਂ ਸੋਚ ਕੇ ਬੈਠੇ ਨੇ। ਉਧਰ ਕਈ ਚੀਜ਼ਾਂ ਹੋਰ ਵਾਪਰ ਰਹੀਆਂ, ਪਰ ਮੈਨੂੰ ਪਤਾ ਨਹੀਂ ਇਹਦੇ ਤੇ ਕੀ ਹੋਣਾ ਕੀ ਨਹੀਂ ਹੋਣਾ। ਬੜੀ ਬਰੀਕ ਜੇ, ਜਿੱਦਾਂ ਮੈਂ ਅੱਗੇ ਗੱਲ ਕਰਦਾ ਹੁੰਦਾ ਵੀ ਬੜੇ ਬਰੀਕ ਜੇ ਜਾਲ ਇਹ ਖਾਸ ਤੌਰ ਤੇ ਕਾਂਗਰਸ ਪਾਰਟੀ ਨੇ ਆਪ ਬੁਣੇ ਹੋਏ ਨੇ, ਹਾਈਕਮਾਨ ਨੇ ਵੀ ਬੁਣੇ ਹੋਏ ਨੇ। ਹਾਈਕਮਾਨ ਇਹ ਵੀ ਸ਼ਾਇਦ ਸੋਚਦਾ ਹੈ ਵੀ ਇਹਨੂੰ ਇੰਨਾ ਸਮਾਂ ਕੱਢ ਦਿੱਤਾ ਜਾਏ, ਇੰਨਾ ਸਮਾਂ ਕੱਢ ਦਿੱਤਾ ਜਾਏ ਕਿ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਕੁਝ ਬਚੇ ਹੀ ਨਾ, ਤੇ ਜੇ ਉਹਨੂੰ ਬਾਹਰ ਕੱਢਣਾ ਵੀ ਪਿਆ ਤੇ ਉਹਦੇ ਪੱਲੇ ਕੱਖ ਨਾ ਰਵੇ। ਹਾਈਕਮਾਨ ਏਦਾਂ ਵੀ ਸੋਚਦਾ ਹੋ ਸਕਦਾ। ਬਾਕੀ ਹੋਰ ਕੀ ਪਤਾ ਜੀ ਕਿੱਥੇ ਅੰਦਰ ਕੀ ਕੁਝ ਵਾਪਰਦਾ, ਕੀ ਕੁਝ ਨਹੀਂ ਵਾਪਰਦਾ। ਪਰ ਇਹ ਪਹਿਲੀ ਵਾਰ ਇਸ ਤਰ੍ਹਾਂ ਦਾ ਵਰਤਾਰਾ ਅਸੀਂ ਦੇਖ ਰਹੇ ਹਾਂ ਵੀ 5-6 ਮਹੀਨਿਆਂ ਤੋਂ ਤਰਸ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ, ਆਮ ਆਦਮੀ ਪਾਰਟੀ ਵਾਲੇ ਵੀ ਸਾਡੀ ਵੀ ਕਦੇ ਸੁਰਖੀ ਬਣ ਜਾਏ। ਉਹਨਾਂ ਦੀ ਸੁਰਖੀ ਨਹੀਂ ਬਣ ਦਿੰਦੇ ਨਵਜੋਤ ਸਿੰਘ ਜੀ। ਦਸਾਂਝ ਸਾਹਿਬ, ਮੇਰੇ ਦਿਮਾਗ 'ਚ ਇੱਕ ਹੋਰ ਚੱਲ ਰਿਹਾ ਸੀ ਤੁਹਾਡੇ ਖਿਆਲਾਂ ਤੋਂ ਉਲਟ ਖਿਆਲ, ਕਿ ਕਈ ਵਾਰ ਇਦਾਂ ਦਾ ਵੀ ਹੁੰਦਾ ਆ ਕਿ ਸਿਸਟਮ ਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰਨਾ ਬਹੁਤ ਔਖਾ ਹੋ ਜਾਂਦਾ। ਹਾਲਾਂਕਿ ਸਿੱਧੂ ਨੂੰ ਤਾਂ 15-16 ਸਾਲ ਹੋ ਗਏ, ਮੇਰੇ ਖਿਆਲ ਜ਼ਿਆਦਾ ਹੀ ਸਮਾਂ ਹੋ ਗਿਆ ਜਿਹੜਾ ਸਿਸਟਮ ਭਾਰਤ ਦੀ ਪੋਲਿਟਿਕਸ ਦਾ ਉਹਦੇ ਵਿੱਚ ਕਿਸਮ ਦਾ ਉਹਦਾ ਪੁਰਜੇ ਵਾਂਗੂ ਕੰਮ ਕਰ ਰਹੇ ਨੇ। ਪਹਿਲੋਂ ਆਪਣੀ
ਬੀਜੇਪੀ ਦੀ ਕਰਦੇ ਰਹੇ, ਹੁਣ ਕਾਂਗਰਸ 'ਚ ਕਰ ਰਹੇ ਨੇ ਲੰਬੇ ਸਮੇਂ ਤੋਂ। ਤੇ ਪਹਿਲਾਂ ਉਹ ਇੱਕ ਤਿਨਕਾ ਆਪਣੇ ਆਪ ਨੂੰ ਕਹਿੰਦੇ ਸੀ, ਜਿਹਨੂੰ ਉਹ ਮੋਦੀ ਨਹੀਂ ਉਠਾ ਕੇ ਲਿਜਾ ਰਹੇ ਆ, ਤੇ ਉਹ ਬੇੜੀ ਦੇ ਮਲਾਹ ਪਤਾ ਨਹੀਂ ਕੀ ਸ਼ਬਦ ਵਰਤੇ ਰਹੇ ਨੇ ਉਹ। ਤੇ ਉਦੋਂ ਪੂਰੀ ਤਰ੍ਹਾਂ ਰਸੇ ਮਿਸੇ ਸੀਗੇ ਉਹ ਬੀਜੇਪੀ ਦੀ ਪੋਲਿਟਿਕਸ 'ਚ। ਪਰ ਕਿਤੇ ਕਿਤੇ ਫਿਰ ਵੀ ਪਾਰਲੀਮੈਂਟ 'ਚ ਉਹਨਾਂ ਦੇ ਭਾਸ਼ਣ ਜਿਹੜੇ ਆ ਯਾਦਗਾਰੀ, ਕਦੀ ਯਾਰ ਜਿਵੇਂ ਤਰਲੋਚਨ ਸਿੰਘ ਹਰਾਂ ਦੇ ਸੀ, ਕਈ ਵੇਖਦੇ ਆ ਪੁਰਾਣੇ ਭਾਸ਼ਣ। ਹਾਲਾਂਕਿ ਤਰਲੋਚਨ ਸਿੰਘ ਹਰਾਂ ਦਾ ਵੀ ਕੋਈ ਬਹੁਤ ਵੱਡਾ ਇਸ ਤਰ੍ਹਾਂ ਦਾ ਨਹੀਂ ਸੀ ਕਿ ਕੋਈ ਇਨਕਲਾਬੀ ਟਾਈਪ ਦੇ ਉਹ ਲੀਡਰ ਸੀਗੇ, ਜਿਸ ਤਰੀਕੇ ਦੇ ਜੋੜ ਤੋੜ ਦੀ ਰਾਜਨੀਤੀ, ਕਿਸੇ ਵੱਡੇ ਲੀਡਰ ਦਾ ਲੜ ਫੜ ਕੇ ਤੁਰੇ ਰਹਿਣ ਵਾਲਾ ਕੰਮ ਉਹ ਵੀ ਕਰਦੇ ਰਹੇ। ਪਰ ਪਾਰਲੀਮੈਂਟ 'ਚ ਕਈ ਵਾਰ ਸੱਚੀਆਂ ਗੱਲਾਂ ਉਹ ਵੀ ਬੋਲ ਜਾਂਦੇ ਸੀ। ਇੱਦਾਂ ਦਾ ਸਿੱਧੂ ਸਾਹਿਬ ਦਾ ਵੀ ਆਪਾਂ ਵੇਖਦੇ ਰਹੇ ਹਾਂ। ਮੈਨੂੰ ਯਾਦ ਆ ਰਿਹਾ, ਮੈਂ ਆਪਣੀ ਜੇ ਮਿਸਾਲ ਦਾਂ, ਜਦੋਂ ਮੈਂ ਸਰਕਾਰੀ ਨੌਕਰੀ ਦੇ ਸ਼ੁਰੂਆਤੀ ਦੌਰ 'ਚ ਗਿਆ ਨਾ, ਤੇ ਜਿਹੜਾ ਵੀ ਮੇਰਾ ਬੌਸ ਸੀਗਾ, ਉਹ ਜਿਹੜਾ ਸਿਸਟਮ ਹੁੰਦਾ ਸਾਡਾ ਬਹੁਤ ਭ੍ਰਿਸ਼ਟ ਸਿਸਟਮ ਹੈ, ਉਹਦੇ ਵਿੱਚ ਨਵੇਂ ਬੰਦੇ ਦਾ ਐਡਜਸਟ ਹੋਣਾ ਬਹੁਤ ਔਖਾ। ਜਾਂ ਤਾਂ ਸਿਸਟਮ ਨੂੰ ਤੁਸੀਂ ਅਡਾਪਟ ਕਰ ਲਓ, ਨਹੀਂ ਤੇ ਸਿਸਟਮ ਤੁਹਾਨੂੰ ਬਾਹਰ ਕਰ ਦਿੰਦਾ। ਇੱਕ ਬੌਸ ਨਾਲ ਵਿਗੜੀ, ਦੂਜੇ ਨਾਲ ਵਿਗੜੀ, ਖਬਰ ਵੱਡੇ ਤੀਜੀ ਧਿਰ ਕੋਲ ਜਾਂਦੀ ਰਹੀ, ਚੀਫ ਇੰਜੀਨੀਅਰ ਕੋਲ ਜਾਂ ਕਿਸੇ ਕੋਲ। ਉਹ ਕਹਿੰਦੇ ਯਾਰ ਤੇਰੀ ਕਿਸੇ ਨਾਲ ਨਹੀਂ ਬਣਦੀ, ਪਹਿਲਾਂ ਆਇਆ ਸੀ ਤੂੰ ਉਹਨੂੰ ਵੀ ਕਹਿਣਾ ਹਾਏ ਮੈਂ ਬੰਦਾ ਨਹੀਂ ਠੀਕ ਹੈ, ਇੱਦਾਂ ਕਹਿੰਦਾ ਮੈਨੂੰ, ਦੂਜੇ ਨੂੰ ਵੀ ਕਹਿਣਾ, ਤੀਜੇ ਨੂੰ ਵੀ ਕਹਿਣਾ। ਤੇ ਕਈ ਵਾਰ ਲੋਕ ਕੁਝ ਹੋਰ ਸੋਚ ਰਹੇ ਹੁੰਦੇ ਆ ਤੁਹਾਡੇ ਬਾਰੇ, ਪਰ ਤੁਸੀਂ ਉਸ ਸਿਸਟਮ ਨੂੰ ਸਮਝ ਨਹੀਂ ਰਹੇ ਹੁੰਦੇ ਜਾਂ ਸਿਸਟਮ ਦਾ ਹਿੱਸਾ ਬਣਨਾ ਨਹੀਂ ਚਾਹੁੰਦੇ ਹੁੰਦੇ। ਤੇ ਇਸ ਤਰ੍ਹਾਂ ਦੀਆਂ ਪ੍ਰੋਬਲਮ ਤੁਸੀਂ ਲੰਬਾ ਸਮਾਂ ਫੇਸ ਕਰਦੇ। ਮੈਨੂੰ ਯਾਦ ਹੈ, ਮੈਂ ਆਪਣੀ ਜੌਬ ਦੇ ਸ਼ੁਰੂਆਤੀ ਦੌਰ ਦੇ ਕਈ ਸਾਲ ਇਸ ਢੇੜ ਬੁਣ 'ਚ ਰਿਹਾ ਕਿ ਮੈਂ ਜੌਬ ਕਰਾਂ ਜਾਂ ਛੱਡਾਂ। ਛੱਡੀ ਜਾ ਨਹੀਂ ਸੀ ਸਕਦੀ ਤੇ ਕੀਤੀ ਵੀ ਨਹੀਂ ਸੀ ਜਾ ਸਕਦੀ। ਜਿਹੜੇ ਮੇਰੇ ਉਸ ਸਮੇਂ ਦੇ ਜਿਨ੍ਹਾਂ ਨੂੰ ਮੈਂ ਆਪਣੇ ਰਹਿਬਰ ਸਮਝਦਾ ਸੀ, ਜਿਵੇਂ ਪ੍ਰੋਫੈਸਰ ਭਾਰਦਵਾਜ ਸੀਗੇ, ਕਿਤੇ ਨਾ ਕਿਤੇ ਭਾਜੀ ਗੁਰਸ਼ਰਨ ਨਾਲ ਵੀ ਗੱਲ ਹੋਈ, ਹੋਰ ਵੀ ਲੋਕਾਂ ਨਾਲ, ਕਿ ਮੈਂ ਕੀ ਕਰਨਾ ਚਾਹੀਦਾ ਮੈਨੂੰ, ਮੈਂ ਬੜੇ ਹਾਲਾਤ ਇਸ 'ਚ ਹਾਂ। ਤੇ ਮੈਨੂੰ ਜਿਹੜੀ ਉਹਨਾਂ ਦੀ ਸਲਾਹ ਮਿਲਦੀ ਰਹੀ ਕਿ ਨਹੀਂ ਨੌਕਰੀ ਨਹੀਂ ਛੱਡਣੀ ਚਾਹੀਦੀ, ਤੂੰ ਟਿਕਿਆ ਰਹੋ, ਕੁਛ ਨਹੀਂ ਹੁੰਦਾ। ਪਰ ਸਿਸਟਮ ਨੂੰ ਅਡਾਪਟ ਕਰਦਿਆਂ ਸਮਾਂ ਲੱਗਦਾ, ਜਾਂ ਸਿਸਟਮ ਨੂੰ ਸਮਝਦਿਆਂ ਸਮਾਂ ਲੱਗਦਾ, ਜਾਂ ਸਿਸਟਮ ਵਾਲੇ ਹੀ ਸਾਰੇ ਇੱਦਾਂ ਦੇ ਟੱਕਰਦੇ ਆ ਕਿ ਤੁਹਾਨੂੰ ਇੱਕ ਤੋਂ ਵੱਧ ਦੂਜਾ ਉੱਤੋਂ ਇਸ ਤਰ੍ਹਾਂ ਦਾ ਮਿਲ ਜਾਂਦਾ। ਕਿਤੇ ਇਹੋ ਜਿਹੀ ਮਨੋਅਵਸਥਾ ਸਿੱਧੂ ਦੀ ਵੀ ਨਾ ਹੋਵੇ। ਮੈਂ ਕਈ ਵਾਰ ਸੋਚਦਾ ਕਿ ਆਪਾਂ ਨੁਕਸੇ ਕੱਢੀ ਜਾਂਦੇ ਸਾਰੇ, ਕਿ ਸਿੱਧੂ ਕਿਸੇ ਨਾਲ ਵੀ ਨਹੀਂ ਬਣਾ ਕੇ ਰੱਖਦਾ, ਤੇ ਹੋ ਸਕਦਾ ਸਿੱਧੂ ਨੂੰ ਲੱਗਦਾ ਹੋਵੇ ਯਾਰ ਇਸ ਸਿਸਟਮ ਦਾ ਹਿੱਸਾ ਮੈਂ ਬਣ ਹੀ ਨਹੀਂ ਸਕਦਾ। ਨਹੀਂ, ਏਦਾਂ ਨਹੀਂ ਹੈ। ਇਹ ਅਸਲ 'ਚ ਨਾ ਜੀ ਸਿਆਸਤ ਜਿਸ ਕਿਸਮ ਦੀ ਹੈ ਉਹਦੇ 'ਚ ਮੈਂ ਆਪਣੀ ਪਰਸਨਲ ਮਿਸਾਲ ਤਾਂ ਦਿੱਤੀ ਕਿ ਮੈਂ ਮੈਨੂੰ ਬਹੁਤ ਛੋਟੇ ਲੈਵਲ ਦੀ ਉਹ ਗੱਲ ਹੈ, ਪਰ ਮੈਨੂੰ ਲੱਗਦਾ ਇੱਦਾਂ ਹੁੰਦਾ ਸੀਗਾ ਕਿ ਨਹੀਂ ਯਾਰ ਇਹ ਸਿਸਟਮ ਗਲਤ ਹੈ, ਇਹ ਲੋਕ ਮੈਨੂੰ ਪਰੇਸ਼ਾਨ ਕਰ ਰਹੇ। ਪਰ ਉਲਟਾ ਮੇਰੇ ਬੌਸ, ਸੀਨੀਅਰ ਬੌਸ ਕਹਿੰਦੇ ਯਾਰ ਤੇਰੀ ਕਿਸੇ ਨਾਲ ਵੀ ਨਹੀਂ ਬਣਦੀ। ਮੈਂ ਉਹੀ ਕਹਿਣ ਲੱਗਾ ਸੀ, ਦੇਖੋ ਇਹ ਪ੍ਰੋਬਲਮ ਇਸ ਵੇਲੇ ਜਿਹੜੀ ਸਾਡੀ, ਅਸੀਂ ਨਵਜੋਤ ਸਿੰਘ ਸਿੱਧੂ ਦਾ ਮਸਲਾ ਵਿਚਾਰ ਰਹੇ ਹਾਂ, ਉਹਨੂੰ ਜਿਹੜੀ ਤੁਸੀਂ ਆਪਣੀ ਐਗਜ਼ਾਮਪਲ ਦਿੱਤੀ ਹੈ ਉਹ ਕਿਸੇ ਹੋਰ ਦੀ ਵੀ ਹੋ ਸਕਦੀ, ਤੁਹਾਡੀ ਇਕੱਲਿਆਂ ਦੀ ਐਗਜ਼ਾਮਪਲ ਨਹੀਂ ਹੈ। ਸਾਡੇ ਸਿਸਟਮ ਦੇ ਵਿੱਚ ਜਿਹੜਾ ਪਰੇਸ਼ਾਨ ਹੁੰਦਾ ਜਿੱਦਾਂ ਤੁਸੀਂ ਪਰੇਸ਼ਾਨ ਹੋਏ, ਪਰ ਤੁਹਾਡਾ ਤੇ ਇਸ ਸਮੱਸਿਆ ਦਾ ਜਿਹੜਾ ਕੋਈ ਜੋੜ ਤੋੜ ਇਸ ਕਰਕੇ ਨਹੀਂ ਹੈ ਕਿਉਂਕਿ ਤੁਹਾਡੇ ਸਾਹਮਣੇ ਤੁਸੀਂ ਬੌਸ ਤੋਂ ਪਰੇਸ਼ਾਨ ਜਾਂ ਸਿਸਟਮ ਤੋਂ ਪਰੇਸ਼ਾਨ ਸੀ, ਪਰ ਤੁਸੀਂ ਬੌਸ ਦੀ ਕੁਰਸੀ ਤੇ ਬੈਠਣ ਦੀ ਕੋਸ਼ਿਸ਼ ਨਹੀਂ ਸੀ ਕਰਦੇ ਆਪਣੀ ਕੁਰਸੀ ਛੱਡ ਕੇ। ਤੁਸੀਂ ਤਾਂ ਉੱਥੇ ਹੀ ਰਹਿਣਾ ਸੀ ਨਾ ਤੁਹਾਨੂੰ ਉੱਥੇ ਤਰੱਕੀ ਮਿਲਣੀ ਸੀ, 3-4 ਸਾਲ ਰੂਟੀਨ 'ਚ ਤਰੱਕੀ ਮਿਲਣੀ ਸੀ ਨਾ, ਰੂਟੀਨ 'ਚ ਜਿਹੜੀ ਇੱਕ ਤਰੱਕੀ ਦਾ ਸਿਸਟਮ ਹੈ ਉਹਦਾ ਤਰੱਕੀ ਮਿਲਣੀ ਸੀ। ਤੁਸੀਂ ਆਪਣੀ ਕੁਰਸੀ ਛੱਡ ਕੇ ਬੌਸ ਦੀ ਕੁਰਸੀ ਤੇ ਬੈਠਣਾ ਤਾਂ ਨਹੀਂ ਸੀ ਨਾ ਚਾਹੁੰਦੇ। ਤੁਹਾਨੂੰ ਕੰਮ ਨਹੀਂ ਸੀ ਕਰਨ ਦਿੱਤਾ ਜਾ ਰਿਹਾ, ਰੂਟੀਨ 'ਚ ਇਮਾਨਦਾਰ ਬੰਦੇ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਇੱਥੇ ਤਾਂ ਬੰਦਾ ਜਿਹਨੂੰ ਇੱਕ ਕੁਰਸੀ ਮਿਲ ਗਈ ਆ, ਕੁਰਸੀ ਤੇ ਬੈਠਦਿਆਂ ਸਾਰੇ ਉਹ ਜਿਹੜਾ ਸਾਹਮਣੇ ਬੌਸ ਹੈ ਉਹਦੀ ਕੁਰਸੀ ਲੈਣੀ ਹੈ। ਇਸ ਕਰਕੇ ਫਰਕ ਹੈ, ਇਸ ਕਰਕੇ ਉਹ ਇਸੇ ਸਿਸਟਮ ਦਾ ਬੰਦਾ ਹੈ, ਉਹ ਇਸ ਸਿਸਟਮ ਤੋਂ ਬਾਹਰ ਨਹੀਂ ਹੈ ਨਵਜੋਤ ਸਿੰਘ ਸਿੱਧੂ। ਉਹ ਇਸੇ ਸਿਸਟਮ ਦਾ ਬੰਦਾ ਹੈ, ਸਿਰਫ ਇਸ ਸਿਸਟਮ ਦੇ ਅੰਦਰ ਹੀ ਰਹਿੰਦਾ ਹੋਇਆ ਉਹ ਵੱਡੀ ਕੁਰਸੀ ਦਾ ਮਾਲਕ ਬਣਨਾ ਚਾਹੁੰਦਾ। ਇਹ ਫਰਕ ਹੈ। ਇਸੇ ਕਰਕੇ ਪ੍ਰੋਬਲਮ ਹੈ। ਨਵਜੋਤ ਸਿੰਘ ਸਿੱਧੂ ਦੀ ਪ੍ਰੋਬਲਮ ਸਿਸਟਮ ਦੇ ਖਿਲਾਫ ਨਹੀਂ ਹੈ। ਨਵਜੋਤ ਸਿੰਘ ਸਿੱਧੂ ਦੀ ਪ੍ਰੋਬਲਮ ਹੈ ਇਸੇ ਸਿਸਟਮ ਦੇ ਵਿੱਚ ਸਭ ਤੋਂ ਵੱਡੀ ਕੁਰਸੀ ਹਾਸਲ ਕਰਨੀ, ਤੇ ਉਹ ਕੁਰਸੀ ਮਿਲ ਨਹੀਂ ਰਹੀ। ਜਿੰਨਾ ਉਹ ਕੁਰਸੀ ਦੇ ਨੇੜੇ ਜਾਂਦੇ ਆ, ਕੁਰਸੀ ਉਹਨਾਂ ਤੋਂ ਹੋਰ ਦੂਰ ਹੋ ਜਾਂਦੀ ਹੈ। ਇਰਾਦਾ ਕੀ ਸੀ, ਕੀਤਾ ਕੀ ਸੋਚ ਕੇ ਕੈਪਟਨ ਨੂੰ ਲਾਉਣ ਦੀ ਇੱਕ ਕੰਪੇਨ ਚਲਾਈ ਗਈ, ਕੈਪਟਨ ਦੀ ਕੁਰਸੀ ਤੇ ਨਜ਼ਰ ਸੀ, ਉਹ ਕੁਰਸੀ ਮਿਲੀ ਨਹੀਂ। ਉਹਦੀ ਥਾਂ ਤੇ ਇੱਕ ਵਿਚਾਰਾ ਭਲਾ ਬੰਦਾ ਜਿਹੜਾ ਕਿਸੇ ਵੀ ਮਾਮਲੇ ਦੇ ਵਿੱਚ ਕਿਤੇ ਵੀ ਕ੍ਰਿਟਿਸਾਈਜ਼ ਨਹੀਂ ਸੀ ਹੋ ਰਿਹਾ, ਕੋਈ ਕਿਸੇ ਵੀ ਵਿਵਾਦ 'ਚ ਨਹੀਂ ਸੀ, ਉਹ ਸੁਨੀਲ ਜਾਖੜ ਦੀ ਬਲੀ ਲੈ ਲਏਗੀ, ਉਹਦੀ ਕੁਰਸੀ ਤੇ ਬਿਠਾਤਾ, ਉਹਦੀ ਕੁਰਸੀ ਵੀ ਲੈ ਲਈ। ਤੇ ਜਿਹੜੀ ਕੁਰਸੀ ਦਿੱਤੀ ਜਿਸ ਬੰਦੇ ਨੂੰ, ਉਸ ਕੁਰਸੀ ਤੋਂ ਉਹਨੂੰ ਰੱਜ ਨਹੀਂ ਆਇਆ। ਉਹਨੂੰ ਤਾਂ ਕੈਪਟਨ ਦੀ ਉਹ ਕੁਰਸੀ ਚਾਹੀਦੀ ਸੀ। ਫੇਰ ਲੜਾਈ ਸ਼ੁਰੂ ਹੋ ਗਈ, ਕੈਪਟਨ ਦੀ ਕੁਰਸੀ ਚਲੀ ਗਈ
ਉਹ ਬਹਿੰਦੇ ਬਹਿੰਦੇ ਜਿਹੜੇ ਆ ਫਿਰ ਉਹਨਾਂ ਦੀਆਂ ਲੱਤਾਂ ਖਿੱਚ ਲਈਆਂ ਗਈਆਂ, ਸੁਖਜਿੰਦਰ ਰੰਧਾਵਾ ਰਾਹ ਚ ਡਿੱਕਾ ਬਣ ਗਏ ਤੇ ਅਖੀਰ ਤੇ ਚੰਦੀ ਹੋਣੀ ਬਿਠਾ ਦਿੱਤੇ ਗਏ। ਕੀ ਕਰੇ ਬੰਦਾ? ਰੌਲਾ ਤਾਂ ਇਹ ਆ ਵੀ ਜਿਹਦੇ ਲਈ ਲੜਾਈ ਲੜੀ 4 ਸਾਲ, ਜਿਸ ਕੁਰਸੀ ਵਾਸਤੇ, ਉਹ ਕੁਰਸੀ ਤਾਂ ਅਗਲੇ 5 ਸਾਲ ਬਾਅਦ ਵੀ ਨਹੀਂ ਮਿਲਦੀ ਦਿਖਾਈ ਦੇ ਰਹੀ। ਕਿਉਂਕਿ ਜਿਸ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਆਪਣੇ ਆਪ ਨੂੰ ਸਥਾਪਿਤ ਕਰ ਲਿਆ, ਚੰਨੀ ਹੋਰਾਂ ਨੂੰ ਸਾਈਡ ਤੇ ਕਰਨਾ ਕਾਂਗਰਸ ਪਾਰਟੀ ਵਾਸਤੇ ਆਤਮਘਾਤੀ ਹੋਏਗਾ ਇਸ ਵੇਲੇ, ਜਿੱਦਾਂ ਦਾ ਚੰਨੀ ਹੋਰਾਂ ਨੇ ਆਪਣੇ ਆਪ ਨੂੰ ਸਥਾਪਿਤ ਕਰ ਲਿਆ। ਆਮ ਲੋਕਾਂ 'ਚ, ਮੈਂ ਪਾਰਟੀ ਦੇ ਅੰਦਰ ਨਹੀਂ ਕਹਿ ਰਿਹਾ, ਸਧਾਰਨ ਜਿਹੜਾ ਬੰਦਾ ਪੰਜਾਬ ਦਾ ਕਾਂਗਰਸ ਪਾਰਟੀ ਦੇ ਕੇਡਰ ਤੋਂ ਬਾਹਰ ਜਾ ਕੇ ਵੀ, ਜਿਹੜਾ ਕਾਮਨ ਹੈ, ਜਿਹੜਾ ਕਿਤੇ ਕਮਿਟਡ ਨਹੀਂ ਹੈ, ਅਕਾਲੀ ਦਲ ਦਾ ਕਮਿਟਡ ਨਹੀਂ ਹੈ, ਆਮ ਆਦਮੀ ਪਾਰਟੀ ਕਮਿਟਡ ਨਹੀਂ ਹੈ, 5-4% ਜਿਹੜਾ ਉਹ ਤੈਰਦਾ ਹੋਇਆ ਬੰਦਾ ਜਿਹੜਾ ਆ, ਨਾ ਇੱਧਰ ਨਾ ਉੱਧਰ, ਉਹਦੇ ਮਨ 'ਚ ਘਰ ਕਰ ਗਏ ਚਰਨਜੀਤ ਸਿੰਘ ਚੰਨੀ, ਉੱਥੋਂ ਕਿੱਦਾਂ ਕੱਢੂਗੇ ਉਹਨੂੰ? ਉਹਦੀ ਕੁਰਬਾਨੀ ਨਹੀਂ ਹੁਣ ਦਿੱਤੀ ਜਾ ਸਕਦੀ, ਇਹ ਪਤਾ ਨਵਜੋਤ ਸਿੰਘ ਸਿੱਧੂ ਨੂੰ। ਜਿੱਦਾਂ ਜਿੱਦਾਂ ਦੇਰੀ ਹੋ ਰਹੀ ਹੈ, ਚਰਨਜੀਤ ਸਿੰਘ ਚੰਨੀ ਸਾਰੀਆਂ ਮੁਸੀਬਤਾਂ ਦੇ ਬਾਵਜੂਦ ਆਪਣੇ ਆਪ ਨੂੰ ਲਗਾਤਾਰ ਲੋਕਾਂ ਦੇ ਵਿੱਚ ਲੋਕਪ੍ਰਿय ਬਣਾ ਰਹੇ ਆ, ਪਾਪੂਲਰ ਕਰ ਰਹੇ ਆ, ਤੇ ਇਹ ਦਿਖਾਈ ਦੇ ਰਿਹਾ ਨਵਜੋਤ ਸਿੰਘ ਸਿੱਧੂ ਨੂੰ ਵੀ ਹੁਣ ਬਣੂਗਾ ਕੀ ਮੇਰਾ, ਵੀ ਹੁਣ ਐਤਕੀ ਤਾਂ ਮੈਨੂੰ ਕੈਂਡੀਡੇਟ ਬਣਾਉਣਾ ਨਹੀਂ, ਚੋਣਾਂ ਤੋਂ ਬਾਅਦ ਵੀ ਨਹੀਂ ਲਾਇਆ ਜਾ ਸਕਦਾ ਚੰਨੀ ਨੂੰ, ਜੇ ਜਿੱਤ ਵੀ ਜਾਂਦੇ ਆ ਕਾਂਗਰਸ ਵਾਲੇ। ਇਹ ਆ ਪ੍ਰੋਬਲਮ ਉਹਦੀ, ਇਸੇ ਕਰਕੇ ਉਹ ਬਾਰ-ਬਾਰ ਇਹ ਚੀਜ਼ਾਂ ਕਰ ਰਹੇ ਆ, ਇਸ ਤਰ੍ਹਾਂ ਦਾ ਨੈਰੇਟਿਵ ਉਸਾਰ ਰਹੇ। ਬਿਲਕੁਲ ਹੋ ਸਕਦਾ ਇਹ ਐਨਾਲਿਸਿਸ ਤੁਹਾਡਾ ਬਿਲਕੁਲ ਦਰੁਸਤ ਹੋਵੇ, ਦੂਜੀ ਤਰ੍ਹਾਂ ਦੀ ਵੀ ਗੱਲ ਕੁਝ ਹੋ ਸਕਦੀ ਆ। ਆਪਾਂ ਕਈ ਵਾਰ ਮਾਈਂਡਸੈਟ ਬਣਾ ਲੈਂਦੇ ਕਿਸੇ ਵਿਅਕਤੀ ਦੇ। ਹੁਣ ਸਿੱਧੂ ਬਾਰੇ ਜਿਹੜਾ ਸਾਡਾ ਨਜ਼ਰੀਆ ਲੋਕਾਂ ਦਾ, ਕੁਝ ਪੱਤਰਕਾਰਾਂ ਦਾ ਜਾਂ ਕੁਝ ਲੋਕਾਂ ਦਾ ਬਣ ਚੁੱਕਾ ਹੈ ਕਿ ਉਹ ਵਿਅਕਤੀ ਅੜਕੇ ਪਾਉਣ ਵਾਲਾ ਜ਼ਿਆਦਾ ਆ ਤੇ ਕੰਮ ਨਿਪਟਾਉਣ ਵਾਲੇ ਪਾਸੇ ਜ਼ਿਆਦਾ ਨਹੀਂ ਆ, ਉਹ ਸਿਸਟਮ ਦੇ ਵਿੱਚ ਫਿੱਟ ਹੀ ਨਹੀਂ ਬਹਿੰਦਾ। ਕੁਝ ਇਹੋ ਜਿਹਾ ਵਰਤਾਂਤ ਕੈਪਟਨ ਸਾਹਿਬ ਨੇ ਵੀ ਸਿਰਜਿਤ ਦਿੱਤਾ ਕਿ ਮਿਸਫਿਟ ਵਿਅਕਤੀ ਆ। ਆਪੋਜੀਸ਼ਨ ਲੀਡਰ ਸੁਖਬੀਰ ਨੇ ਵੀ ਕਹਿਤਾ ਕਿ ਮਿਸਗਾਈਡਡ ਮਿਜ਼ਾਈਲ ਆ। ਤੇ ਕੁਝ ਕੁ ਸਾਡੇ ਪੱਤਰਕਾਰ ਭਰਾਵਾਂ ਦੇ ਦਿਮਾਗ 'ਚ ਵੀ ਇਹ ਗੱਲ ਪੱਕੇ ਤੌਰ ਤੇ ਜੰਮ ਚੁੱਕੀ ਕਿ ਸਿੱਧੂ ਤੋਂ ਕੋਈ ਉਮੀਦ ਰੱਖੀ ਨਹੀਂ ਜਾ ਸਕਦੀ। ਸੋ ਆਉਣ ਵਾਲਾ ਸਮਾਂ ਦੱਸੂਗਾ ਕਿ ਕਿਹੜੀ ਚੀਜ਼ ਕਿੱਧਰ ਜਾਂਦੀ ਆ। ਫਿਲਹਾਲ ਸਭ ਕੁਝ ਜਿਹੜਾ ਆ ਉਹ ਅੰਧਕਾਰ ਜਿਹਾ ਪਿਆ ਹੋਇਆ, ਕੋਈ ਗੱਲ ਵੀ ਕਲੀਅਰ ਨਹੀਂ ਆ। ਤੁਸੀਂ ਇੱਕ ਨਿਰਣੇ ਨੂੰ ਪੂਰੀ ਤਰ੍ਹਾਂ ਸੱਚ ਦੇ ਤੌਰ ਤੇ ਨਹੀਂ ਮੰਨ ਸਕਦੇ ਵੀ ਕੀ ਸੱਚਮੁੱਚ ਹੀ ਇੱਦਾਂ ਹੋ ਰਿਹਾ ਹੋਵੇਗਾ ਜਾਂ ਸੱਚਮੁੱਚ ਹੀ ਪਿੱਛੇ ਕੁਝ ਹੋਰ ਵੀ ਚੱਲ ਰਿਹਾ। ਇਹ ਅਜੇ ਕੁਝ ਸਮਾਂ ਆਪਣੇ ਸਾਹਮਣੇ ਆ ਜਾਣਾ। ਇੱਕ ਜ਼ਿਆਦਾ ਤੋਂ ਜ਼ਿਆਦਾ ਇਲੈਕਸ਼ਨ ਤੋਂ ਬਾਅਦ ਸਾਨੂੰ ਇਹਨਾਂ ਚੀਜ਼ਾਂ ਦਾ ਨਿਪਟਾਰਾ ਹੋ ਹੀ ਜਾਣਾ। ਅਵਲ ਤੇ ਹੁਣ ਜਿੱਦਾਂ ਦੇ ਹਾਲਾਤ ਇਹਨਾਂ ਬਣਾਤੇ ਆ, ਕਾਂਗਰਸ ਦਾ 100 ਸੀਟ ਜਿੱਤਣਾ, ਤੇ ਕੀ ਲੱਗਦਾ ਹੈ ਕਿ ਜਿੱਦਾਂ ਤੁਸੀਂ ਪਹਿਲਾਂ ਵੀ ਕਹਿੰਦੇ ਹੁੰਦੇ ਹੋ ਕਿ ਪੰਜਾਬ 'ਚ ਜਿਹੜੀ ਅਗਲੀ ਹੰਗ ਅਸੈਂਬਲੀ ਆਏਗੀ ਉਹਦੇ ਵਿੱਚ ਕੋਈ ਪਤਾ ਹੀ ਨਹੀਂ ਲੱਗਣਾ ਵੀ ਕੌਣ ਕਿਹਦੇ ਨਾਲ ਆ ਤੇ ਕਿੱਦਾਂ ਦਾ ਹਾਰਸ ਟ੍ਰੇਡਿੰਗ ਹੋਣੀ ਆ। ਇਹਦੇ ਵੱਲ ਨੂੰ ਜ਼ਿਆਦਾ ਇਸ਼ਾਰੇ ਆਪਾਂ ਨੂੰ ਨਜ਼ਰ ਆ ਰਹੇ ਆ। ਤੇ ਅਜੇ ਕਿਸਾਨ ਅੰਦੋਲਨ ਕਿਤੇ ਰੁਕਸਰ ਬੈਠ ਨਹੀਂ ਰਿਹਾ। ਜਿੰਨਾ ਚਿਰ ਉੱਧਰੋਂ ਕੋਈ ਖਬਰ ਨਹੀਂ ਆਉਂਦੀ ਸੁੱਖ ਸ਼ਾਂਤੀ ਦੀ, ਉਹਨਾਂ ਚਿਰ ਪੰਜਾਬ ਦੀ ਸਿਆਸਤ 'ਚ ਉਥਲ ਪੁਥਲ ਜਿਹੜੀ ਆ ਇਹ ਮੈਨੂੰ ਲੱਗਦਾ ਇਸੇ ਤਰ੍ਹਾਂ ਹੀ ਰਹਿਣੀ ਆ। ਆ ਦੇਖੋ, ਬੜਾ ਕੁਝ ਹੈ ਇਸ ਤਰ੍ਹਾਂ ਦਾ, ਖਾਸ ਤੌਰ ਤੇ ਜਿੱਦਾਂ ਆ ਜਿਹੜੀਆਂ ਵਿਧਾਨ ਸਭਾ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ, ਉਹਦੇ ਜਿਸ ਢੰਗ ਦੇ ਨਤੀਜੇ ਆਏ ਨੇ, 29 ਵਿਧਾਨ ਸਭਾ ਤੇ 3 ਲੋਕ ਸਭਾ ਦੀਆਂ ਸੀਟਾਂ, ਉਹਨੇ ਜ਼ਰੂਰ ਇੱਕ ਹਿਲਜੁਲ ਪੈਦਾ ਕੀਤੀ ਹੈ। ਸਰਕਾਰ ਦੇ ਅੰਦਰ ਇੱਕ ਹਿਲਜੁਲ ਹੈ, ਭਾਰਤੀ ਜਨਤਾ ਪਾਰਟੀ ਦੇ ਅੰਦਰ ਇੱਕ ਹਿਲਜੁਲ ਹੈ, ਤੇ ਇਸ ਕਰਕੇ ਕਿਸਾਨ ਜਿਹੜਾ ਅੰਦੋਲਨ ਹੈ ਉਹਦੇ ਲਈ ਕਿਤੇ ਨਾ ਕਿਤੇ ਸਰਕਾਰ ਦੇ ਅੰਦਰ ਬੈਠੇ ਲੋਕ ਜਿਹੜੇ ਆ ਉਹ ਕਾਰਜਸ਼ੀਲ ਹੋ ਗਏ ਦੱਸੇ ਜਾਂਦੇ ਆ ਵੀ ਕੋਈ ਨਾ ਕੋਈ ਇਹਦਾ ਹੱਲ ਕਰ ਲਿਆ ਜਾਏ, ਨਹੀਂ ਤਾਂ ਇੰਪੈਕਟ ਜਿਹੜਾ ਆ ਬਹੁਤ ਵੱਡੇ ਪੱਧਰ ਤੇ ਪੈ ਸਕਦਾ। 2022 ਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਹੋ ਰਹੀਆਂ ਨੇ 5 ਸੂਬਿਆਂ ਦੇ ਵਿੱਚ, ਫਿਰ 6 ਮਹੀਨੇ ਬਾਅਦ ਗੁਜਰਾਤ ਦੀ ਚੋਣ ਵੀ ਹੈ, ਵੀ ਜਿਸ ਤਰ੍ਹਾਂ ਦੇ ਨਤੀਜੇ ਆਏ ਨੇ ਉਹਨੇ ਖਾਸ ਤੌਰ ਤੇ ਜਿਹੜੀ ਸੇਬ ਬੈਲਟ ਹੈ ਹਿਮਾਚਲ ਪ੍ਰਦੇਸ਼ ਦੀ, ਉੱਥੇ ਜਿੱਥੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਬਹੁਤ ਦਬਦਬਾ ਰਹਿੰਦਾ ਹੈ, ਤੇ ਉੱਥੇ ਸਰਕਾਰ ਵੀ ਭਾਰਤੀ ਜਨਤਾ ਪਾਰਟੀ ਦੀ, ਜੈਰਮ ਠਾਕਰ ਜਿਹੜੇ ਉੱਥੋਂ ਦੇ ਮੁੱਖ ਮੰਤਰੀ, ਉੱਥੇ ਇੱਕ ਲੋਕ ਸਭਾ ਦੀ ਮੰਡੀ ਵਾਲੀ ਤੇ 3 ਵਿਧਾਨ ਸਭਾ ਦੀਆਂ ਸੀਟਾਂ, ਸਾਰੀਆਂ ਦੀਆਂ ਸਾਰੀਆਂ ਸੀਟਾਂ ਤੇ ਬਹੁਤ ਕਮਜ਼ੋਰ ਕਿਸਮ ਦਾ ਪ੍ਰਦਰਸ਼ਨ ਭਾਰਤੀ ਜਨਤਾ ਪਾਰਟੀ ਦਾ, ਉਹਦੇ ਤੇ ਸਿੱਧਾ ਕਿਸਾਨ ਅੰਦੋਲਨ ਦਾ ਅਸਰ ਹੈ। ਤੇ ਇਸੇ ਤਰ੍ਹਾਂ ਮਤਲਬ ਉੱਤਰੀ ਭਾਰਤ ਦੇ ਵਿੱਚ ਤਾਂ ਜਿਸ ਤਰ੍ਹਾਂ ਦੇ ਨਤੀਜੇ ਹੈਗੇ ਹੀ ਆ, ਰਾਜਸਥਾਨ ਦੇ ਵਿੱਚ ਵੀ ਅਸੀਂ ਦੇਖੇ ਆ। ਉਹ ਜਿਹੜੀ ਸਭ ਤੋਂ ਵੱਡੀ ਗੱਲ ਹੈ, ਬਾਹਰ ਦੂਰ ਦਰਾਡੇ ਜਾ ਕੇ ਪੱਛਮੀ ਬੰਗਾਲ ਦੇ ਵਿੱਚ ਜੋ ਕੁਝ ਹੋਇਆ, ਜਿਹੜੀਆਂ 4-6 ਮਹੀਨੇ ਪਹਿਲਾਂ 2 ਸੀਟਾਂ ਜਿੱਤੀਆਂ ਹੋਈਆਂ ਸੀ, ਉਹ 4 ਦੇ ਵਿੱਚੋਂ 2 ਜਿਹੜੀਆਂ ਬੀਜੇਪੀ ਦੇ ਕੋਲ ਸੀ, ਉਹਨਾਂ ਸੀਟਾਂ ਤੇ ਵੀ ਬੀਜੇਪੀ ਦਾ 4-6 ਮਹੀਨਿਆਂ ਬਾਅਦ ਹੀ ਹਾਰ ਜਾਣਾ, ਤੇ ਫਿਰ ਹਾਰਨਾ ਵੀ
ਬਿਗ ਮਾਰਜਨ ਦੇ ਨਾਲ, ਲੱਖ ਲੱਖ ਸਵਾ ਲੱਖ ਦੇ ਮਾਰਜਨ ਦੇ ਨਾਲ। ਤੇ ਇੱਧਰ ਨਾਰਥ ਇੰਡੀਆ ਦੇ ਵਿੱਚ ਵੀ, ਹਿਮਾਚਲ ਦੇ ਵਿੱਚ ਵੀ ਜ਼ਮਾਨਤ ਤੱਕ ਜ਼ਬਤ ਹੋ ਜਾਣੀ, ਤੀਜੇ ਨੰਬਰ ਤੇ ਆਉਣਾ। ਰਾਜਸਥਾਨ 'ਚ ਇੱਕ ਸੀਟ ਤੇ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਤੀਜੇ ਨੰਬਰ ਤੇ ਆਉਂਦਾ ਹੈ, ਇੱਥੇ ਹਿਮਾਚਲ 'ਚ, ਤੇ ਉਹਨਾਂ ਦੀਆਂ ਜ਼ਮਾਨਤਾਂ ਤੱਕ ਜ਼ਬਤ ਹੁੰਦੀਆਂ। ਇਹਨੇ ਜ਼ਰੂਰ ਸਰਕਾਰ ਦੇ ਅੰਦਰ ਬੈਠੇ ਜਿਹੜੇ ਕੁਝ ਇਸ ਤਰ੍ਹਾਂ ਦੇ ਲੋਕ ਨੇ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਈ ਵਾਰੀ ਗੱਲ ਏਦਾਂ ਦੀ ਕਰਦੇ ਵੀ ਹੈ ਵੀ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ, ਉਹਨਾਂ ਨੇ ਇੱਕ ਦਬਾਅ ਬਣਾਉਣਾ ਸ਼ੁਰੂ ਕੀਤਾ ਹੈ। ਤੇ ਖਬਰਾਂ ਹੈ ਕਿ ਕੋਈ ਨਾ ਕੋਈ ਫਾਰਮੂਲੇ, ਇੱਕ ਦੀ ਥਾਂ ਕਈ ਫਾਰਮੂਲੇ ਤਿਆਰ ਕੀਤੇ ਜਾ ਰਹੇ ਹੈ ਕਿਸਾਨਾਂ ਦੇ ਮਸਲੇ ਦੇ ਉੱਤੇ ਗੱਲਬਾਤ ਕਰਨ ਵਾਸਤੇ। 3 ਖੇਤੀ ਕਾਨੂੰਨਾਂ ਨੂੰ ਜੇ ਸਿਰੇ ਤੋਂ ਰੱਦ ਨਹੀਂ ਕਰਨਾ ਤਾਂ 2 ਕਾਨੂੰਨ ਰੱਦ ਕਰ ਦਈਏ, ਇੱਕ ਨੂੰ ਹੋਲਡ ਕਰ ਦਈਏ, MSP ਤੇ ਕੋਈ ਹੋਰ ਵਾਅਦੇ ਕਰ ਦਈਏ, ਜਾਂ ਇੱਕ ਕਾਨੂੰਨ ਰੱਦ ਕਰ ਦਈਏ, 2 ਹੋਲਡ ਕਰ ਦਈਏ। ਕੋਈ ਏਦਾਂ ਦੀਆਂ ਵੱਖਰੇ ਵੱਖਰੇ ਫਾਰਮੂਲੇ ਤਿਆਰ ਹੋ ਰਹੇ ਹੈ, ਕਿਉਂਕਿ ਅਲਟੀਮੇਟਲੀ ਗੱਲਬਾਤ ਦੇ ਵਿੱਚ ਲੈਣ ਦੇਣ ਤਾਂ ਹੁੰਦਾ ਹੀ ਹੈ ਨਾ। ਤੇ ਥੋੜਾ ਬਹੁਤ ਲੈ ਦੇ ਕਰਕੇ ਕਿਸੇ ਤਰੀਕੇ ਨਾਲ ਇਸ ਮਸਲੇ ਨੂੰ ਕਿਸੇ ਤਣ ਪੱਤਣ ਲਾ ਦਈਏ, ਏਦਾਂ ਦੀ ਚਰਚਾ ਹੋ ਰਹੀ ਹੈ, ਸਰਕਾਰ ਦੇ ਅੰਦਰ ਗੱਲ ਚੱਲ ਰਹੀ ਹੈ। ਸੋ ਮੈਨੂੰ ਲੱਗਦਾ ਬੜੇ ਮਹੱਤਵਪੂਰਨ ਦਿਨ ਨੇ। ਉਧਰੋਂ ਰਕੇਸ਼ ਟਕੈਤ ਹੋਰਾਂ ਨੇ ਵੀ ਏਦਾਂ ਦੀ ਗੱਲ ਕਹੀ ਹੈ ਬਈ ਜੇ 26 ਨਵੰਬਰ ਤੱਕ ਨਹੀਂ ਮਸਲਾ ਕੋਈ ਹੱਲ ਹੁੰਦਾ ਤੇ ਫਿਰ ਸਾਡਾ ਜਿਹੜਾ ਇਹ ਅੰਦੋਲਨ ਹੈ ਇੱਕ ਨਵੇਂ ਪੜਾਅ 'ਚ ਦਾਖਲ ਹੋਏਗਾ। 7 ਤਰੀਕ ਦੀ ਮੀਟਿੰਗ ਹੈ, 7 ਨਵੰਬਰ ਦੀ ਮੀਟਿੰਗ ਹੈ ਕਿਸਾਨ ਆਗੂਆਂ ਦੀ, ਸੰਯੁਕਤ ਕਿਸਾਨ ਮੋਰਚੇ ਦੀ, ਜਿਹਦੇ 'ਚ ਸਾਰੇ ਮਸਲੇ ਵਿਚਾਰੇ ਜਾਣ ਵਾਲੇ ਆ। ਉਹਨਾਂ ਨੇ ਕੁਝ ਨਵੇਂ ਐਕਸ਼ਨ ਪਲਾਨ ਕਰਨੇ ਆ। ਸੋ ਬੜੇ ਦਿਨ ਜਿਹੜੇ ਆ ਇਸ ਤਰ੍ਹਾਂ ਦੇ ਆ ਜਿਹਦੇ 'ਚ ਇੱਕ ਡਰ ਦਾ ਤੇ ਭੈ ਦਾ ਮਾਹੌਲ ਬਣਾਉਣ ਦੀ ਵੀ ਕੋਸ਼ਿਸ਼ ਹੈ। ਜਿੱਦਾਂ ਕੁਝ ਸ਼ਰਾਰਤੀ ਅਨਸਰਾਂ ਨੇ ਸਿੰਘੂ ਬਾਰਡਰ ਦੇ ਉੱਤੇ ਦੀਵਾਲੀ ਵਾਲੀ ਰਾਤ ਮਤਲਬ 3 ਟੈਂਟ ਤੇ ਇੱਕ ਟਰਾਲੀ ਵੱਲ ਪਟਾਕੇ ਚਲਾਏ ਤੇ ਉਹ ਸੜ ਕੇ ਸੁਆਹ ਹੋ ਗਏ ਕਿਸਾਨਾਂ ਦੇ 3 ਟੈਂਟ ਤੇ ਟਰਾਲੀ। ਏਦਾਂ ਦੀ ਸ਼ਰਾਰਤ ਵੀ ਕਰਵਾਈ ਜਾ ਸਕਦੀ ਆ ਕੋਈ ਆਉਣ ਵਾਲੇ ਸਮੇਂ ਦੇ ਵਿੱਚ। ਇਸ ਕਰਕੇ ਵੀ ਇੱਕ ਡਰ ਤੇ ਭੈ ਦਾ ਮਾਹੌਲ ਪੈਦਾ ਕੀਤਾ ਜਾ ਸਕਦਾ। ਇਹਦਾ ਵੀ ਕਿਤੇ ਨਾ ਕਿਤੇ ਖਦਸ਼ਾ ਬਣਿਆ ਹੋਇਆ, ਪੈਰਲਲ ਚੱਲ ਰਿਹਾ। ਖਤਰੇ ਵੀ ਬਰਕਰਾਰ ਨੇ ਤੇ ਸੰਭਾਵਨਾਵਾਂ ਵੀ ਬਰਕਰਾਰ ਨੇ। ਤੇ ਦੇਖਦੇ ਆ ਭਵਿੱਖ ਕਿੱਧਰ ਨੂੰ ਲੈ ਕੇ ਜਾਂਦਾ ਇਸ ਅੰਦੋਲਨ। ਜੀ ਦਸਾਂਝ ਸਾਹਿਬ, ਆਪਾਂ ਟ੍ਰੇਡ ਯੂਨੀਅਨ 'ਚ ਵੀ ਵੇਖਦੇ ਆਏ ਆ, ਕੰਮ ਕਰਦੇ ਆ, ਥੋੜਾ ਬਹੁਤਾ ਮੇਰਾ ਰੋਲ ਰਿਹਾ ਹੋਊਗਾ। ਤੁਸੀਂ ਵੀ ਲਗਾਤਾਰ ਜੁੜੇ ਰਹੇ ਹੋ ਇਹਨਾਂ ਜਥੇਬੰਦੀਆਂ ਦੇ ਨਾਲ। ਕਈ ਵਾਰ ਜਿਹੜੀਆਂ ਲੀਡਰਸ਼ਿਪ ਹੁੰਦੀ ਆ ਨਾ ਜੀ, ਜਿੱਦਾਂ ਹੁਣ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਆ, ਜਿਹੜੀ ਉਹਨਾਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਬਿਠਾ ਦਿੱਤੀ ਆ ਕਿ ਜਾਂ ਤੇ ਸਾਰੀਆਂ ਬਿੱਲ, ਕਾਲੇ ਬਿੱਲ ਰੱਦ ਹੋਣਗੇ, ਨਹੀਂ ਤੇ ਅਸੀਂ ਵਾਪਸ ਨਹੀਂ ਜਾਵਾਂਗੇ, ਸਾਡੀਆਂ ਲਾਸ਼ਾਂ ਹੀ ਜਾਣਗੀਆਂ, ਅਸੀਂ ਵਾਪਸ ਜਾ ਹੀ ਨਹੀਂ ਸਕਦੇ। ਤੇ ਫਿਰ ਉਹਦੇ ਤੋਂ ਜਦੋਂ ਉਹ ਅਚੀਵਮੈਂਟ ਨਹੀਂ ਹੁੰਦੀ, ਨਿਰਾਸ਼ਤਾ ਹੁੰਦੀ ਆ। ਮੈਨੂੰ ਯਾਦ ਹੈ ਇੱਕ ਵਾਰੀ ਸਾਡੀ ਇੰਜੀਨੀਅਰਸ ਦੀ ਕੋਈ ਮੂਵਮੈਂਟ ਸੀਗੀ ਤੇ ਅਸੀਂ ਉਹ 'ਚ ਜੇਲ੍ਹਾਂ ਵੀ ਕੱਟੀਆਂ ਸਾਰਿਆਂ ਨੇ, ਮਹੀਨਾ ਡੇਢ ਮਹੀਨਾ। ਤੇ ਸਾਡੀ ਲੀਡਰਸ਼ਿਪ, ਕਿਉਂਕਿ ਉਦੋਂ ਗਲਤ ਸਮਾਂ ਚੁਣ ਲਿਆ ਗਿਆ, ਗਵਰਨਰ ਦਾ ਰਾਜ ਸੀਗਾ, ਮਲਹੋਤਰਾ ਸਾਹਿਬ ਗਵਰਨਰ ਹੁੰਦੇ ਸੀ ਪੰਜਾਬ ਦੇ, ਮੈਨੂੰ ਯਾਦ ਹੈ, ਫੌਜੀ ਬੰਦਾ ਸੀਗਾ, ਮੁੱਛਾਂ ਉੱਪਰ ਨੂੰ ਰੱਖਣ ਵਾਲਾ। ਤੇ ਸਾਡੇ ਲੀਡਰ ਵੀ ਕਹਿੰਦੇ ਸੀ ਕਿ ਅਸੀਂ, ਸਾਡੀਆਂ ਮੁੱਛਾਂ ਸਾਡੇ ਗਵਰਨਰ ਤੋਂ ਛੋਟੀਆਂ ਨਹੀਂ, ਅਸੀਂ ਤੇ ਇਨ ਬਿਨ ਹੀ ਮੰਗਾਂ ਜਿਹੜੀਆਂ ਮਨਾ ਕੇ ਜਾਣੀਆਂ ਨੇ। ਇਨ ਬਿਨ ਸ਼ਬਦ ਇੰਨਾ ਮਸ਼ਹੂਰ ਹੋ ਗਿਆ ਕਿ ਸਾਡੇ ਥਰਡੇ ਲੈਵਲ ਜਿਹੜੇ ਟ੍ਰੇਡ ਯੂਨੀਅਨ ਦੇ ਵਿੱਚ ਜਿਹੜੇ ਸਾਡੇ ਵਰਕਰ ਜਾਂ ਸਮਝ ਲਓ ਸਾਡੇ ਮੈਂਬਰ ਸੀਗੇ, ਉਹ ਲੀਡਰਸ਼ਿਪ ਨੂੰ ਪਿੱਛੇ ਮੁੜਨੀ ਨਹੀਂ ਸੀ ਦਿੰਦੇ ਕਿ ਨਹੀਂ ਵੀ ਇਨ ਬਿਨ ਨਹੀਂ ਤੇ ਸਾਰੀਆਂ ਚੀਜ਼ਾਂ ਲੈ ਕੇ ਜਾਣੀਆਂ। ਤੇ ਅਲਟੀਮੇਟਲੀ ਉਹ ਜਿਹੜੀ ਸਾਡੀ ਜਥੇਬੰਦਕ ਲੜਾਈ, ਉਹ 'ਚ ਹਾਰ ਹੋਈ ਸਾਡੀ ਐਸੋਸੀਏਸ਼ਨ ਦੀ। ਸਾਨੂੰ ਕੁਝ ਵੀ ਨਹੀਂ ਸੀ ਲੱਭਾ, ਜੇਲ੍ਹ ਵੀ ਕੱਟ ਚੁੱਕੇ ਸੀ ਡੇਢ ਮਹੀਨਾ ਸਾਰੇ ਜਣੇ। ਤੇ ਇਹਦੇ ਬਾਵਜੂਦ ਵੀ ਅਸੀਂ ਖਾਲੀ ਹੱਥੀਂ ਘਰਾਂ ਨੂੰ ਪਰਤ ਗਏ ਸੀਗੇ। ਮਜਬੂਰ ਹੋਣਾ ਪਿਆ ਸੀਗਾ ਵਾਪਸ ਜਾਣ ਲਈ, ਸਿਰਫ ਇਸ ਗੱਲ ਤੇ ਕਿ ਸਰਕਾਰ ਸਾਡੇ ਨਾਲ ਭਵਿੱਖ ਵਿੱਚ ਗੱਲਬਾਤ ਕਰਨ ਲਈ ਸਹਿਮਤ ਹੋ ਗਈ ਆ। ਤੇ ਜੇ ਹੁਣ ਕਿਸਾਨ ਜਥੇਬੰਦੀਆਂ ਨੇ ਜਾਂ ਜਿਹੜੇ ਸੋਸ਼ਲ ਮੀਡੀਆ ਤੇ ਹੁਣ ਇਹ ਇੱਕ ਬਰਤਾਂਤ ਸਿਰਜ ਰਿਹਾ ਕਿ ਜਾਂ ਤੇ ਬਿੱਲ ਵਾਪਸ ਹੋਣਗੇ ਤੇ ਜਾਂ ਅਸੀਂ ਇੱਥੇ ਮਰਾਂਗੇ, ਤੇ ਫਿਰ ਉਹ ਕਿੱਦਾਂ ਉਹ ਚੀਜ਼ ਨੂੰ ਕਿੱਦਾਂ ਸੈਟੀਸਫਾਈ ਕਰੂਗੀ ਲੀਡਰਸ਼ਿਪ, ਜੇ ਜਿਹੜਾ ਤੁਸੀਂ ਸ਼ਬਦ ਵਰਤਿਆ ਕਿ ਲੈ ਦੇ ਤੇ ਹੁੰਦਾ ਹੀ ਆ। ਤੇ ਜੇ ਲੈ ਦੇ ਵਾਲੇ ਪਾਸੇ ਵਾਲੀ ਗੱਲ ਤੁਰ ਪਈ ਤੇ ਫਿਰ ਕਹਿਣਾ ਇਹ ਚੀਜ਼ਾਂ ਤੇ ਸ਼ੁਰੂਆਤੀ ਦੌਰ 'ਚ ਹੁੰਦੀਆਂ ਸੀ, ਕੀ ਲੋੜ ਪਈ ਸੀ ਜੀ ਸੰਘਰਸ਼ ਇੰਨਾ ਲੰਬਾ ਖਿੱਚਣ ਦੀ। ਹੁਣ ਤੇ ਲੋਕੀ ਕਰੋ ਜਾਂ ਮਰੋ ਵਾਲੀ ਨੀਤੀ ਤੇ ਖੜੇ ਆ, ਜਾਂ ਤੇ ਸਰਕਾਰ ਡਿੱਗੇ ਤੇ ਜਾਂ ਫਿਰ ਪੂਰੀ ਤਰ੍ਹਾਂ ਜਿਹੜਾ ਮੋਰਚਾ ਡਾਂਗ ਨਾਲ ਉਠਾ ਦੇਣ। ਲੋਕੀ ਵਿੱਚ ਵਿਚਾਲੇ ਕੋਈ ਫੈਸਲਾ ਸ਼ਾਇਦ ਨਾ ਚਾਹੁੰਦੇ ਹੋਣ। ਦੇਖੋ, ਮੈਂ ਜਿਹੜੀ ਗੱਲ ਕਹਿ ਰਿਹਾ, ਮੈਂ ਜਿਹੜਾ ਲੈ ਦੇ ਸ਼ਬਦ ਵੀ ਵਰਤਿਆ, ਜਦੋਂ ਡਾਇਲੋਗ 'ਚ ਤੁਸੀਂ ਜਾਂਦੇ ਹੋ, ਸੰਵਾਦ ਹੁੰਦਾ, ਤੁਸੀਂ ਗੱਲਬਾਤ ਕਰਦੇ ਹੋ, ਤੇ ਜੇ ਤਾਂ ਫਿਰ 3 ਖੇਤੀ ਕਾਨੂੰਨ ਰੱਦ ਹੋਣੇ ਆ ਤੇ MSP ਦਾ ਕਾਨੂੰਨ ਬਣਨਾ, ਫਿਰ ਤਾਂ ਬਹੁਤੀ ਮੀਟਿੰਗ ਦੀ ਵੀ ਜ਼ਰੂਰਤ ਨਹੀਂ, ਫਿਰ ਸਰਕਾਰ ਨਾਲ ਗੱਲਬਾਤ ਦੀ ਕੀ ਜ਼ਰੂਰਤ ਹੈ।
ਫਿਰ ਤਾਂ ਮੰਗ ਹੈ ਤੇ ਮੰਗ ਮੰਨ ਲਵੇ, ਪਰ ਪਾਰਲੀਮੈਂਟ ਦੇ ਵਿੱਚ ਜਥੇਬੰਦੀਆਂ ਤੇ ਇਹ ਕਾਇਦਾ। ਕਹਿੰਦੀਆਂ ਆ ਰਹੀਆਂ ਨਾ ਸਰ, ਜਥੇਬੰਦੀਆਂ ਤੇ ਇਹ ਕਹਿੰਦੀਆਂ ਆ ਰਹੀਆਂ ਕਿ ਅਸੀਂ ਇੱਕ ਮੱਦ ਦੇ ਉੱਤੇ ਉਹਨਾਂ ਨੂੰ ਜਚਾ ਦਿੱਤਾ ਕਿ ਅਸੀਂ ਸੱਚ ਤੇ ਖੜੇ ਹਾਂ, ਤੁਸੀਂ ਗਲਤ ਕਹਿ ਰਹੇ ਹੋ, ਉਹਨਾਂ ਕੋਲ ਜਵਾਬ ਨਹੀਂ ਸੀ ਬਿਲਕੁਲ ਹੁੰਦੇ, ਠੀਕ ਹੈ ਜੀ, ਬਿਲਕੁਲ ਹਨਾ। ਤੇ ਆਪਾਂ ਵੀ ਇਹ ਪ੍ਰਚਾਰ ਦੇ ਰਹੇ ਹਾਂ ਕਿ ਬਿਲਕੁਲ ਸਾਡੀਆਂ ਠੀਕ ਜਥੇ ਕਹਿੰਦੇ ਹੋ। ਮੈਂ ਕਈ ਵਾਰ ਤੁਹਾਨੂੰ ਇਹ ਵੀ ਕਿਹਾ ਕਿ ਇੱਕ ਕਿਤਾਬਚਾ ਇਸ਼ੂ ਕਰਨਾ ਚਾਹੀਦਾ, ਜਿਹੜੇ ਸੰਵਾਦ ਹੋਏ ਉਹਦੀਆਂ ਰਿਕਾਰਡਿੰਗ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਵਾਕਿਆ ਲੀਡਰਸ਼ਿਪ ਜੋ ਕਹਿ ਰਹੀ ਇਦਾਂ ਹੀ ਹੁੰਦਾ ਰਿਹਾ। ਜਦੋਂ ਆਪਾਂ ਮੂਵਮੈਂਟ ਹਾਰ ਜਾਂਦੇ ਆ ਨਾ, ਜਾਂ ਵਿੱਚ ਵਿਚਾਲੇ ਰਹਿ ਜਾਂਦੀ ਆ, ਫਿਰ ਲੀਡਰਸ਼ਿਪ ਤੇ ਵੀ ਬੜੇ ਸਵਾਲ ਉੱਠਦੇ ਆ। ਹਾਲਾਂ ਉਹਨਾਂ ਦੇ ਵੱਸ ਨਹੀਂ ਹੁੰਦਾ ਇਹ, ਆਪਾਂ ਨੂੰ ਪਤਾ ਕਿ ਸਭ ਕੁਝ ਮਨਾ ਲੈਣਾ ਕਿਸੇ ਵੀ ਲੀਡਰ ਵਾਸਤੇ ਬੜਾ ਮੁਸ਼ਕਲ ਹੁੰਦਾ ਹੈ, ਪਰ ਫਿਰ ਵੀ ਲੋਕ ਮਨਾਂ ਵਿੱਚ ਜਿਹੜੀ ਗੱਲ ਵੱਸ ਜਾਂਦੀ ਆ ਉਹਦੇ ਤੇ ਫਿਰ ਬੜੇ ਸ਼ੰਕੇ ਪੈਦਾ ਹੁੰਦੇ ਆ। ਮੈਂ ਇਹ ਕਹਿ ਰਿਹਾ, ਤੁਸੀਂ ਮੇਰੀ ਗੱਲ ਨੂੰ ਥੋੜਾ ਦੇਖੋ, ਸਮਝੋ ਮੈਂ ਜੋ ਕਹਿਣਾ ਚਾਹੁੰਦਾ। ਮੈਂ ਇਹ ਕਹਿ ਰਿਹਾ ਵੀ ਜਿਹੜੇ ਕੁਝ ਫਾਰਮੂਲੇ ਤਿਆਰ ਹੋ ਰਹੇ ਹੋਣਗੇ, ਜੇ ਸਰਕਾਰ ਨੇ ਗੱਲਬਾਤ ਕਰਨੀ ਆ ਕਿਸਾਨਾਂ ਨਾਲ, ਉਹਨਾਂ ਫਾਰਮੂਲਿਆਂ ਦੀ ਡਿਸਕਸ਼ਨ ਤਾਂ ਹੋਏਗੀ ਨਾ। ਜਿਹੜੀਆਂ 11 ਗੇਟ ਦੀ ਗੱਲਬਾਤ ਹੋਈ ਹੈ, ਠੀਕ ਹੈ, ਉਹ ਰਿਕਾਰਡ ਤੇ ਹੋਏਗੀ, ਉਹਨੂੰ ਕਿਤਾਬਚਾ ਛਪਣਾ ਚਾਹੀਦਾ। ਬਹੁਤ ਉਮੀਦ ਕਰ ਲੈਂਦੇ ਹਾਂ ਅਸੀਂ ਵੀ ਕਿਸਾਨ ਲੀਡਰਸ਼ਿਪ ਆ ਵੀ ਕਰੇ। ਜਿਸ ਇੱਕ ਸਾਲ ਤੋਂ ਜਿਸ ਤਰ੍ਹਾਂ ਇਹ ਅੰਦੋਲਨ ਚੱਲ ਰਿਹਾ ਹੈ, ਮੇਰੇ ਲਈ ਤਾਂ ਇਹੀ ਬਹੁਤ ਵੱਡੀ ਗੱਲ ਹੈ ਕਿ ਇਹ 32 ਜਥੇਬੰਦੀਆਂ ਜਾਂ 40 ਜਥੇਬੰਦੀਆਂ ਥੋੜੇ ਬਹੁਤ ਮਤਭੇਦਾਂ ਦੇ ਬਾਵਜੂਦ ਵੀ ਇਕੱਠੀਆਂ ਹੈ, ਹਾਲੇ ਵੀ ਇਕੱਠੀਆਂ ਸਾਲ ਤੋਂ। ਸਰਕਾਰ ਲਈ ਇਹੀ ਵੱਡੀ ਮੁਸੀਬਤ ਹੈ, ਇਕੱਠੇ ਕਿਉਂ ਆ। ਤੇ ਇਹ ਛੋਟੀ ਗੱਲ ਨਹੀਂ ਹੈ। ਅਸੀਂ ਉਮੀਦ ਬਹੁਤ ਪਾਲ ਲੈਂਦੇ ਹਾਂ ਵੀ ਇਹ ਆ ਵੀ ਕਰਨ ਦੀ, ਇਹ ਸੁਪਰੀਮ ਕੋਰਟ 'ਚ ਵੀ ਜਾਣ ਦੀ, ਇਹ ਕਿਤਾਬਾਂ ਵੀ ਛਾਪਣ ਦੀ। ਇਹ ਪੋਸੀਬਿਲਿਟੀ ਨਹੀਂ ਹੁੰਦੀ। ਦੇਖੋ, ਅੰਦੋਲਨ ਕੋਈ ਛੋਟੀ ਚੀਜ਼ ਨਹੀਂ ਹੈ। ਜਿੰਨਾ ਪ੍ਰੈਸ਼ਰ ਉਹਨਾਂ ਤੇ ਹੈ, ਸਰਕਾਰ ਹੋਰ ਢੰਗ ਨਾਲ ਸੋਚਦੀ ਹੈ, ਪਰ ਜਦੋਂ ਅਸੀਂ ਦੇਖੀਏ ਧਿਆਨ ਨਾਲ, ਜਿੰਨਾ ਪ੍ਰੈਸ਼ਰ ਇਸ ਲੀਡਰਸ਼ਿਪ ਤੇ, ਇੰਨਾ ਪ੍ਰੈਸ਼ਰ ਕਦੀ ਵੀ ਨਹੀਂ ਕਿਸੇ ਵੀ ਅੰਦੋਲਨ 'ਚ ਅੱਜ ਤੱਕ ਵੀ ਕਿਸੇ ਲੀਡਰਸ਼ਿਪ ਤੇ ਨਹੀਂ ਹੋਇਆ ਹੋਵੇਗਾ। ਦੂਜੀ ਗੱਲ ਜਿਹੜੀ ਮੈਂ ਕਹਿ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਬਈ ਕਿਸਾਨ ਜਥੇਬੰਦੀਆਂ ਜਿਹੜੀਆਂ ਆਪਣਾ ਜੋ ਉਹਨਾਂ ਨੇ ਹੁਣ ਤੱਕ ਕਿਹਾ ਉਹ ਤੋਂ ਵਾਪਸ ਆ ਜਾਣਗੀਆਂ। ਮੈਂ ਇਹ ਕਹਿ ਰਿਹਾ ਕਿ ਜਿਹੜੀ 11 ਗੇਟ ਦੀ ਗੱਲਬਾਤ ਹੋਈ ਹੈ, ਉਹਦੇ 'ਚ ਸੋਧਾ ਕਰਨ ਦੀ ਗੱਲ ਕੀਤੀ ਗਈ ਸੀ ਵੀ ਅਸੀਂ ਸੋਧਾ ਕਰ ਲੈਂਦੇ ਹਾਂ, ਲਓ ਜੀ। ਪਰ ਕਿਸਾਨ ਇਹ ਨਾ ਕਹਿਣ ਵੀ ਅਸੀਂ ਕਾਨੂੰਨ ਰੱਦ ਕਰਾਉਣੇ ਆ। ਕਾਨੂੰਨਾਂ ਦੇ ਵਿੱਚ ਛੱਡੋ ਕੱਖ ਨਾ, ਸਾਰਾ ਕੁਝ ਜੋ ਕਰਾਉਣਾ ਕਰਾ ਲਓ। ਇਹ ਸੋਧਾ ਤੱਕ ਗੱਲ ਸੀ। ਮੈਂ ਇੱਕ ਕਿਸਾਨ ਆਗੂ ਨਾਲ ਗੱਲ ਕੀਤੀ, ਇਹੀ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਵੀ ਕਦੀ ਹੁੰਦਾ ਨਹੀਂ। ਮੈਂ ਕਿਹਾ ਭਾਜੀ, ਕਦੀ ਹੁੰਦਾ ਨਹੀਂ ਵੀ ਤੁਸੀਂ 100% ਦੀ ਜਿਹੜੀਆਂ ਮੰਗਾਂ ਆਪਣੀਆਂ ਮਨਵਾ ਲਓ। ਕੀ ਕੋਈ ਲੈ ਦੇ ਕੇ ਨਹੀਂ ਮਸਲਾ ਹੱਲ ਹੋ ਸਕਦਾ? ਉਹ ਕਹਿੰਦੇ ਹੋ ਸਕਦਾ ਸੀ, ਸ਼ੁਰੂਆਤੀ ਦੌਰ 'ਚ ਹੋ ਸਕਦਾ ਸੀ ਵੀ ਸੋਧਾਂ ਤੇ ਗੱਲ ਮੰਨੀ ਜਾਂਦੀ, ਪਰ ਜਿਸ ਢੰਗ ਨਾਲ ਸਰਕਾਰ ਨੇ ਬਿਹੇਵ ਕੀਤਾ ਤੇ ਲੋਕਾਂ ਦੇ ਵਿੱਚ ਇੱਕ ਜਜ਼ਬਾ ਪੈਦਾ ਹੋਇਆ, ਹੁਣ ਇਹ ਪੋਸੀਬਲ ਨਹੀਂ ਹੈ ਕਿ ਸੋਧਾਂ ਤੇ ਗੱਲ ਮੰਨੀ ਜਾਏਗੀ। ਹੁਣ ਤਾਂ ਕਾਨੂੰਨ ਰੱਦ ਹੀ ਕਰਵਾ ਕੇ ਜਾਇਆ ਜਾ ਸਕਦਾ ਹੈ। ਪਰ ਜਿਹੜੀ ਹੁਣ ਮੈਂ ਗੱਲ ਕਹਿ ਰਿਹਾ, ਮੈਂ ਇਹ ਕਹਿ ਰਿਹਾ ਵੀ ਸਾਲ ਇੱਕ ਹੋ ਗਿਆ, ਜੇ ਮੁੜ ਕੇ ਗੱਲਬਾਤ ਸ਼ੁਰੂ ਹੁੰਦੀ ਹੈ, ਕੋਈ ਨਵੇਂ ਫਾਰਮੂਲੇ ਆਉਂਦੇ ਆ ਜਿਹਦੇ 'ਚ ਇਹ ਆ ਜਾਂਦਾ ਵੀ ਲਓ ਜੀ, 2 ਕਾਨੂੰਨ ਤਾਂ ਅਸੀਂ ਮੰਨ ਲਏ, ਤੁਹਾਡੇ ਰੱਦ ਕਰਤੇ, ਇੱਕ ਕਾਨੂੰਨ ਆਪਾਂ ਹੋਲਡ ਰੱਖ ਲੈਂਦੇ ਆ 3 ਸਾਲ ਲਈ, ਗਾਂ ਦੇਖਾਂਗੇ ਇਹਦੇ ਤੇ, ਫਿਰ ਆਪਾਂ ਜੇ ਕਰਨਾ ਹੋਗਾ ਤਾਂ ਦੇਖ ਲਾਂਗੇ, ਕੋਈ ਸੋਧਾ ਸੁਧਾ ਕਰ ਲਾਂਗੇ। ਜਾਂ MSP ਤੇ ਗਰੰਟੀ ਕਾਨੂੰਨ ਬਣਾ ਦਿੰਦੇ ਆ ਜੀ, ਤੇ ਇੱਕ ਕਾਨੂੰਨ ਰੱਦ ਕਰ ਦਿੰਦੇ ਆ ਜੀ, 2 ਕਾਨੂੰਨ ਹੋਲਡ ਰੱਖ ਲੈਂਦੇ ਆ। ਪਤਾ ਨਹੀਂ ਮੈਨੂੰ ਏਦਾਂ ਹੋਣੀ ਆ, ਪਰ ਕੁਝ ਫਾਰਮੂਲੇ ਸੁਝਾ ਸਕਦੀ ਆ ਸਰਕਾਰ ਵੀ, ਤੇ ਕਿਸਾਨ ਵੀ ਕਿਸੇ ਫਾਰਮੂਲੇ ਤੇ ਸਹਿਮਤ ਹੋ ਸਕਦੇ ਆ। ਆਖਰ ਲੜਾਈ 1 ਸਾਲ ਹੋਇਆ ਸੀ ਤਾਂ ਕਿਆ ਰਕੇਸ਼ ਟਕੈਤ ਦਾ ਕੱਲ ਬਿਆਨ ਸੀ ਵੀ ਜੇ ਸਰਕਾਰ 5 ਸਾਲ ਚੱਲ ਸਕਦੀ ਹੈ ਤੇ ਸਾਡਾ ਅੰਦੋਲਨ ਵੀ 5 ਸਾਲ ਚੱਲ ਸਕਦਾ ਹੈ। ਪਰ ਕੀ ਤੁਹਾਡੇ ਨਾਲ ਜਿਹੜੇ ਲੋਕ ਨੇ ਇਸ ਵੇਲੇ, ਉਹ ਲਗਾਤਾਰ ਤਾਂ ਬਣੀ ਰਹਿ ਸਕਦੀ ਹੈ? ਲੋਕਾਂ ਦੇ ਵਿੱਚ ਜਿਹੜੇ ਭਰਮ ਭੁਲੇਖੇ ਖੜੇ ਕਰਨ ਦੀਆਂ ਸਰਕਾਰਾਂ ਦੀਆਂ ਕੋਸ਼ਿਸ਼ਾਂ ਹੁੰਦੀਆਂ, ਉਹਦੇ 'ਚੋਂ ਕਾਮਯਾਬ ਹੋ ਸਕਦੇ ਆ, ਖਤਰੇ ਵੀ ਬਰਕਰਾਰ ਰਹਿਣੇ ਆ। ਕੀ ਇੰਨੀ ਤਾਕਤ ਹੈ ਵੀ ਅੰਦੋਲਨ ਜਿਹੜਾ ਆ 1 ਸਾਲ ਤਾਂ ਚੱਲ ਗਿਆ, ਹੋਰ 5 ਸਾਲ ਲਈ ਜਾਂ 2024 ਤੱਕ ਜਿਹੜਾ ਆ ਇਸੇ ਢੰਗ ਨਾਲ ਚੱਲੇਗਾ? ਇਹ ਬੜੇ ਮਤਲਬ ਚੀਜ਼ਾਂ ਸੋਚਣ ਵਿਚਾਰਨ ਵਾਲੀਆਂ। ਅਸੀਂ ਬਾਹਰ ਬੈਠੇ ਆ, ਅਸੀਂ ਹੋਰ ਤਰ੍ਹਾਂ ਸੋਚਦੇ ਹੋ ਸਕਦੇ ਆ। ਜਿਹੜੇ ਫੇਸ ਕਰਦੇ ਆ, ਉਹਨਾਂ ਦੇ ਸਾਹਮਣੇ ਰੋਜ਼-ਰੋਜ਼ ਜਿਹੜੀਆਂ ਨਵੀਆਂ ਮੁਸੀਬਤਾਂ ਆਉਂਦੀਆਂ, ਉਹਨਾਂ ਨਾਲ ਟੱਕਰਾ ਤਾਂ ਉਹਨਾਂ ਨੇ ਕਰਨਾ ਹੈ। ਸੋ ਇਸੇ ਕਰਕੇ ਮੈਨੂੰ ਲੱਗਦਾ ਹੈ ਕਿ ਭਵਿੱਖ ਦੇ ਵਿੱਚ ਜੇ ਕੋਈ ਡਾਇਲੋਗ ਹੋਏਗਾ, ਉਹਦੇ 'ਚ ਕੁਝ ਚੀਜ਼ਾਂ ਬਦਲੀਆਂ ਹੋਈਆਂ ਨਜ਼ਰ ਆਉਣਗੀਆਂ ਆਪਾਂ ਨੂੰ। ਮਤਲਬ ਕਿਸਾਨ ਜਿਹੜੇ ਆ ਜਾਂ ਲੀਡਰਸ਼ਿਪ ਜਿਹੜੀ ਹੈ, ਸਾਂਝੀ ਰਾਏ ਦੇ ਨਾਲ, ਜੇ ਸਰਕਾਰ ਕੋਈ ਨਵਾਂ ਫਾਰਮੂਲਾ ਤਿਆਰ ਕਰ ਰਹੀ ਹੈ, ਕਿਸਾਨ ਜਥੇਬੰਦੀਆਂ ਵੀ ਕੋਈ ਫਾਰਮੂਲਾ ਤਿਆਰ ਕਰਦੀਆਂ ਹੋ ਸਕਦੀਆਂ। ਉਹਨਾਂ ਦੇ ਮਨ 'ਚ ਵੀ ਕੁਝ ਨਵੇਂ ਸਵਾਲ ਪੈਦਾ ਹੋਣਗੇ, ਕੁਝ ਨਵੀਆਂ ਚੀਜ਼ਾਂ ਆਉਣਗੀਆਂ, ਜਿਹਨੂੰ ਹੌਲੀ-ਹੌਲੀ ਉਹ ਆਪਣੇ ਕਾਡਰ ਦੇ ਵਿੱਚ ਜਾਂ ਜਿਹੜੇ ਲੋਕ ਲੜ ਰਹੇ ਨੇ ਵਿੱਚ ਸ਼ਾਮਲ ਨੇ ਮੋਰਚੇ ਦੇ, ਜਿੱਥੇ ਤੱਕ ਵੀ ਗੱਲ ਜਾਂਦੀ ਹੈ ਉੱਥੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਗੀਆਂ ਵੀ ਸਾਡੇ ਕੋਲ ਵੀ ਆਹ ਗੱਲਬਾਤ ਕਰਨ ਦਾ ਨਵਾਂ ਨਜ਼ਰੀਆ ਹੈ, ਅਸੀਂ ਵੀ ਏਦਾਂ ਕਰ ਸਕਦੇ ਹਾਂ। ਸੋ ਏਦਾਂ ਹੁੰਦੀ ਆ, ਕਦੀ ਵੀ ਇੱਕ ਚੀਜ਼ ਜਿਹੜੀ ਆ ਉਹ ਸਥਾਈ ਨਹੀਂ ਹੁੰਦੀ ਵੀ ਜਿੱਦਾਂ ਤੁਸੀਂ ਕਹਿਤਾ ਉਦਾਂ ਹੀ ਹੋਣਾ ਆ, ਜਿੱਦਾਂ ਸਰਕਾਰ ਨੇ ਕਹਿਤਾ ਉਦਾਂ ਹੀ ਹੋਣਾ ਹੈ।
2 ਕਦਮ ਅੱਗੇ ਜਾਣ ਵਾਸਤੇ ਕਈ ਵਾਰੀ 1 ਕਦਮ ਪਿੱਛੇ ਵੀ ਲੈਣਾ ਪੈਂਦਾ। ਸੋ ਸਟ੍ਰੈਟਜੀਜ਼ ਹੁੰਦੀਆਂ ਨੇ, ਸਟ੍ਰੈਟਜੀਜ਼ ਜਨ ਸੰਘਰਸ਼ ਕਰਨ ਵਾਲੇ ਲੋਕ ਵੀ ਬਣਾਉਂਦੇ ਆ, ਸਰਕਾਰਾਂ ਵੀ ਬਣਾਉਂਦੀਆਂ। ਦਸਾਂਝ ਸਾਹਿਬ, ਜਿਹੜਾ ਕਿਸਾਨ ਭਾਈਚਾਰਾ ਨਾ, ਜਿਹੜਾ ਖੇਤੀ ਕਰਨ ਵਾਲਾ ਭਾਈਚਾਰਾ, ਜਿਹਨੂੰ ਭਾਵੇਂ ਉਹ 'ਚ ਕੋਈ ਖੇਤੀ ਕਰੇ, ਜ਼ਰੂਰੀ ਨਹੀਂ ਵੀ ਕੋਈ ਜੱਟ ਸਿੱਖ ਹੀ ਖੇਤਾਂ 'ਚ ਕੰਮ ਕਰਦੇ ਨੇ, ਜਿਹੜੇ ਵੀ ਲੈਂਡ ਹੋਲਡਿੰਗ ਰੱਖਦੇ ਆ, ਭਾਵੇਂ ਉਹ ਥੋੜ੍ਹੀ ਬਹੁਤੀ ਰਹਿ ਗਈ ਆ, ਸਾਡੇ ਕੋਲ 2-2 ਕਿੱਲੇ 2.5 ਕਿੱਲੇ ਰਹਿ ਗਈ, 5 ਕਿੱਲੇ ਰਹਿ ਗਈ ਕਿਸੇ ਕੋਲ, ਆਪਾਂ ਨੂੰ ਪਤਾ ਕਿ 85-86% ਜਿਹੜਾ ਕਿਸਾਨ ਆ ਉਹ 5 ਏਕੜ ਤੋਂ ਵੀ ਘੱਟ 2.5-3 ਏਕੜ ਤੇ ਆ ਗਿਆ। ਪਰ ਜਿਹੜਾ ਜਜ਼ਬਾਤੀ ਲਗਾਓ ਆ ਜ਼ਮੀਨ ਨਾਲ, ਜਿਹੜਾ ਇੱਕ ਉਹ ਮਾਲਕ ਹੋਣ ਦਾ ਜਿਹੜਾ ਜਜ਼ਬਾ ਆ ਜ਼ਮੀਨ ਦਾ, ਉਹ ਇਸ ਅੰਦੋਲਨ ਨੂੰ ਨਹੀਂ ਮਰਨ ਦੇਗਾ। ਕਿਉਂਕਿ ਲੋਕ ਜਿਹੜੇ ਆ, ਜਦੋਂ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਕੋਲੋਂ ਸਰਕਾਰ ਜ਼ਮੀਨਾਂ ਦੇ ਹੱਕ ਖੋਹ ਲਏਗੀ, ਸਾਨੂੰ ਘਸਿਆਰੇ ਬਣਾ ਦੇਗੀ, ਤੇ ਮੇਰੇ ਖਿਆਲ ਇਹ ਹੀ ਨਾਰਾ ਐਡਾ ਵੱਡਾ ਆ ਕਿ ਲੋਕ ਜਿਹੜੇ ਆ ਉਹ ਫਿਰ ਉੱਠ ਖੜੇ ਹੁੰਦੇ ਆ। ਲੋਕਾਂ ਨੂੰ ਨਹੀਂ ਲੱਗਦਾ ਕਿ ਸਾਡੀ ਕੋਲ ਜ਼ਮੀਨ ਕੋਈ ਖੋਹ ਸਕਦਾ, ਉਹਨਾਂ ਨੂੰ ਲੱਗਦਾ ਕਿ ਸਾਡਾ ਜੱਦੀ ਪੁਸ਼ਤੀ ਹੱਕ ਆ, ਸਾਡੇ ਵੱਡਿਆਂ ਵਡੇਰਿਆਂ ਦੀ ਇਹ ਦਿੱਤੀ ਹੋਈ ਜ਼ਮੀਨ ਆ। ਹਾਂ, ਮੈਨੂੰ ਐਂ ਜ਼ਰੂਰ ਕਦੀ ਲੱਗਦਾ ਕਿ ਜਿਨ੍ਹਾਂ ਕੋਲ ਜ਼ਮੀਨ ਨਹੀਂ ਆ ਉਹ ਇਸ ਨੂੰ ਹੋਰ ਨਜ਼ਰ ਨਾਲ ਦੇਖਦੇ ਹੋਣਗੇ, ਪਰ ਜਿਹੜੇ ਲੋਕ ਭਾਵੇਂ 10 ਮਰਲਿਆਂ ਦਾ ਵੀ ਮਾਲਕ ਹੋਵੇ, ਉਹਨੂੰ ਇਹ ਲੱਗਦਾ ਹੈ ਕਿ ਇਹ ਮੇਰਾ ਐਡਾ ਬੁਨਿਆਦੀ ਹੱਕ ਹੈ, ਮੇਰੇ ਕੋਲ ਕਿੱਦਾਂ ਖੋ ਸਕਦੀ ਹੈ ਸਰਕਾਰ ਜ਼ਮੀਨ। ਉਹ ਇਸ ਅੰਦੋਲਨ ਨਾਲ ਤਾਂ ਹੀ ਮਰਨ ਤੱਕ ਜੁੜੇ ਹੋਏ ਆ। ਜਜ਼ਬਾਤੀ ਮਸਲਾ ਜ਼ਿਆਦਾ ਆ, ਆਰਥਿਕ ਮਸਲਾ ਆਪਣੀ ਥਾਂ, ਪਰ ਜਿਹੜੇ ਜਜ਼ਬਾਤ ਨੇ, ਜ਼ਮੀਨ ਨਾਲ ਜੁੜੀ ਹੋਈ ਸੰਵੇਦਨਾ ਹੈ ਲੋਕਾਂ ਦੀ, ਉਹ ਕਿਤੇ ਨਾ ਕਿਤੇ ਜਿਹੜੀ ਉਹ, ਜਿੱਦਾਂ ਤੁਸੀਂ ਕਹਿ ਦਿੱਤਾ ਕਿ ਬਾਹਰ ਬੈਠੇ ਨਹੀਂ ਪਤਾ ਲੱਗਦਾ, ਸਾਡੀ ਜਿੱਦਾਂ ਦਾ ਲਗਾਅ ਪੰਜਾਬ ਨਾਲ ਆ, ਪੰਜਾਬ 'ਚ ਵੇਖਿਆ ਜਾਵੇ ਤਾਂ ਹੁਣ ਕੀ ਆ, ਸਾਡੀਆਂ ਅਗਲੀਆਂ ਨਸਲਾਂ ਨੇ ਨਹੀਂ ਜਾਣਾ। ਸਾਡਾ, ਮੈਨੂੰ ਪਤਾ ਜੋ ਕੁਝ ਉੱਥੇ ਮਾੜੇ ਮੋਟੇ ਅਸੀਂ ਮਕਾਨ ਖੜੇ ਕੀਤੇ, ਅੱਜ ਨਹੀਂ ਤੇ ਕੱਲ੍ਹ ਉਹ ਵਿਕਣੇ ਆ, ਪਰ ਅਸੀਂ ਜਿੰਨਾ ਚਿਰ ਜੀਨੇ ਆ, ਸਾਡਾ ਜਿਹੜਾ ਲਗਾਅ ਪੰਜਾਬ ਨਾਲ ਆ, ਅਸੀਂ ਹਰ ਸਾਹ ਨਾਲ ਪੰਜਾਬ 'ਚ ਰਹਿੰਦੇ ਆ, ਤੇ ਇਸ ਕਰਕੇ ਇਸ ਤਰ੍ਹਾਂ ਦਾ ਜ਼ਮੀਨ ਨਾਲ ਲਗਾਅ ਆ ਲੋਕਾਂ ਦਾ। ਇਹ 'ਚ ਤਾਂ ਕੋਈ ਦੋਰਾਮਾ ਨਹੀਂ। ਇਹੀ ਇਸ ਅੰਦੋਲਨ ਦੀ ਸਭ ਤੋਂ ਵੱਡੀ ਕਹਿ ਲਓ ਵੀ ਤਾਕਤ ਹੈ ਜਾਂ ਜਾਨ ਹੈ। ਇਸ ਅੰਦੋਲਨ ਤਾਕਤ ਹੈ, ਇਹੀ ਅੰਦੋਲਨ ਦੀ ਤਾਕਤ ਹੈ। ਤੇ ਜਿੱਦਾਂ ਪੰਜਾਬੀ 'ਚ ਕਹਾਵਤ ਹੈ ਵੀ ਜੱਟ ਦਾ ਵੱਟ ਲਈ ਬੰਦਾ ਮਾਰ ਦਿੰਦਾ, ਇਹ ਤਾਂ ਸਾਰਾ ਕੁਝ ਉਹਦਾ ਖੁੱਸ ਰਿਹਾ। ਸੋ ਇਸ ਕਰਕੇ ਜ਼ਮੀਨ ਦੇ ਨਾਲ ਨਾਲ ਉਹਦਾ ਸਵੈਮਾਨ ਖੁੱਸ ਰਿਹਾ ਵਾ, ਉਹਦਾ ਸਵੈਮਾਨ ਨੂੰ ਸਿੱਧੀ ਚੋਟ ਪਹੁੰਚਦੀ ਹੈ ਨਾ। ਇਸ ਅੰਦੋਲਨ ਦੀ ਸਪਿਰਿਟ ਹੀ ਇਹ ਹੈ। ਤੇ ਪਰ ਇਹ ਆ ਵੀ ਇਹ ਅੰਦੋਲਨ ਅਸਲ ਦੇ ਵਿੱਚ, ਇਹਦੀ ਜਿਹੜੀ ਇਸ ਅੰਦੋਲਨ ਦੀ ਜਿਹੜਾ ਇੱਕ ਫੈਲਾਅ ਆ, ਭਾਵੇਂ ਅਸੀਂ ਕਹਿੰਦੇ ਆ ਕਿ ਦੇਸ਼ ਵਿਆਪੀ ਹੈ, ਪਰ ਜਿਸ ਢੰਗ ਦੇ ਨਾਲ ਪੰਜਾਬ ਤੇ ਹਰਿਆਣੇ ਦਾ ਕਿਸਾਨ ਸੋਚਦਾ ਹੈ, ਜਾਂ ਕੁਝ ਹੱਦ ਤੱਕ ਯੂਪੀ ਦਾ ਕਿਸਾਨ ਵੀ, ਜਿਹਦੇ ਤੋਂ ਹੁਣ ਸਾਰਾ ਕੁਝ ਖੁੱਸਦਾ ਦਿਖਾਈ ਦੇ ਰਿਹਾ, ਜਾਂ ਰਾਜਸਥਾਨ ਦਾ, ਇਸ ਢੰਗ ਨਾਲ ਬਾਕੀ ਜਿਹੜੇ ਸੂਬੇ ਆ ਉੱਥੇ ਉਸ ਤਰ੍ਹਾਂ ਦੀ ਸਪਿਰਿਟ ਨਹੀਂ ਹੈ ਜਿਸ ਤਰ੍ਹਾਂ ਦੀ ਆਪਣੇ ਖਿੱਤੇ 'ਚ ਹੈ। ਤੇ ਇਹਦੇ ਨਾਲ ਅਸਲ ਦੇ ਵਿੱਚ, ਜਿੱਦਾਂ ਮੈਂ ਸ਼ਾਇਦ ਅੱਗੇ ਵੀ ਕਿਹਾ ਹੋਵੇ, ਕਿ ਇਹਦੇ ਨਾਲ ਜਿਹੜਾ ਅੰਦੋਲਨ ਹੈ, ਜਦੋਂ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ, ਤੇ ਨਾਲ ਅਸੀਂ ਇਹ ਸ਼ਬਦ ਵੀ ਵਰਤਦੇ ਹਾਂ ਕਿ ਹੁਣ ਇਹ ਇਕੱਲਾ ਕਿਸਾਨ ਅੰਦੋਲਨ ਨਹੀਂ, ਇਹ ਜਨ ਅੰਦੋਲਨ ਹੈ। ਪਰ ਸਹੀ ਰੂਪ ਦੇ ਵਿੱਚ ਇਹ ਜਨ ਅੰਦੋਲਨ ਹਾਲੇ ਬਣਿਆ ਨਹੀਂ ਹੈ, ਮੇਰਾ ਮਤਲਬ। ਬਿਲਕੁਲ ਇਹ ਜਨ ਅੰਦੋਲਨ ਸਹੀ ਰੂਪ ਦੇ ਵਿੱਚ ਉਦੋਂ ਬਣਨਾ ਹੈ, ਜਦੋਂ ਇਹ ਜਨ ਅੰਦੋਲਨ ਉਦੋਂ ਬਣਨਾ ਹੈ ਜਦੋਂ ਵੱਖ-ਵੱਖ ਸੈਕਸ਼ਨ ਜਿਹੜੇ ਆ, ਉਹ ਜਿਹੜੇ ਸੈਕਸ਼ਨਸ ਜਿਹੜੇ ਆ ਦੇਸ਼ ਦੇ ਵਿੱਚ, ਜਿਹੜੇ ਬਹੁਤ ਬੁਰੇ ਹਾਲਾਤ ਦੇ ਵਿੱਚ ਜਿਹੜੇ ਜਿਉ ਰਹੇ ਆ, ਉਹ ਸੈਕਸ਼ਨਸ ਵੀ ਇਸ ਅੰਦੋਲਨ ਦਾ ਹਿੱਸਾ ਬਣਨਗੇ। ਭਵਿੱਖ ਦੇ ਵਿੱਚ ਇੱਕ ਨਵਾਂ ਅੰਦੋਲਨ ਜਿਹੜਾ ਭਾਰਤ ਦੇ ਵਿੱਚ ਸ਼ੁਰੂ ਹੋਣਾ ਹੈ। ਇਹ ਅੰਦੋਲਨ ਉਹਦੀ ਕਹਿ ਲਓ ਸ਼ੁਰੂਆਤ ਹੈ, ਜਾਂ ਉਹਦਾ ਪੁਲ ਦੇ ਤੌਰ ਤੇ ਕੰਮ ਕਰ ਰਿਹਾ। ਪਹਿਲੀ ਪੌੜੀ ਹੈ ਜੀ ਉਹਦੀ, ਅਗਲੇ ਸਟੈਪ ਚੁੱਕੇ ਜਾਣੇ ਆ। ਹਾਂਜੀ, ਹਾਂ, ਇਸੇ ਕਰਕੇ ਮੈਂ ਕਹਿੰਦਾ ਹੁੰਦਾ ਬਾਰ-ਬਾਰ ਕਿ ਇਹ ਅੰਦੋਲਨ ਨੇ ਪਲ-ਪਲ ਆਪਣਾ ਰੂਪ ਬਦਲਿਆ, ਇਹਨੇ ਆਪਣੀ ਕਾਇਆ ਬਦਲੀ ਹੈ। ਜਦੋਂ ਇਹ ਤੁਰਿਆ ਸੀ ਪੰਜਾਬ ਚੋਂ, ਇਹ ਅੰਦੋਲਨ ਹੋਰ ਸੀ। ਅੱਜ 26 ਨਵੰਬਰ ਨੂੰ ਸਾਲ ਬਾਅਦ ਇਸ ਅੰਦੋਲਨ ਦੀ ਕਾਇਆ ਹੋਰ ਹੋਣੀ ਹੈ। ਇਹਨੇ ਲਗਾਤਾਰ ਆਪਣੇ ਆਪ ਨੂੰ ਬਦਲਿਆ ਤੇ ਹਾਲੇ ਹੋਰ ਬਦਲਣਾ ਹੈ। ਜਦੋਂ ਇਸ ਅੰਦੋਲਨ ਦਾ ਅਗਲਾ ਪੜਾਅ ਸ਼ੁਰੂ ਹੋਣਾ ਹੈ, ਜਿਹਦੇ ਵਿੱਚ ਆਦਿਵਾਸੀ ਲੋਕਾਂ ਦੀ ਵੀ ਸ਼ਮੂਲੀਅਤ ਹੋਣੀ ਹੈ, ਜਿਨ੍ਹਾਂ ਦਾ ਸਾਰਾ ਕੁਝ, ਮਤਲਬ ਸਾਡਾ ਤਾਂ ਇੱਥੇ ਪੰਜਾਬ ਦੀ ਗੱਲ ਜਾਂ ਰਾਜਸਥਾਨ ਜਾਂ ਹਰਿਆਣੇ ਦੀ ਆਪਾਂ ਕਰ ਰਹੇ ਹਾਂ, ਮਤਲਬ ਜਿਸ ਢੰਗ ਦੇ ਨਾਲ ਉਹ ਜਿਹੜੇ ਲੋਕ ਨੇ, ਜਿੱਥੇ ਨਕਸਲੀ ਅੰਦੋਲਨ ਜਿਹੜਾ ਅਸੀਂ ਕਹਿੰਦੇ ਮਾਓਵਾਦੀ 160 ਜ਼ਿਲ੍ਹਿਆਂ ਦੇ ਵਿੱਚ ਪੈਰਲਲ ਜਿਹੜਾ ਇੱਕ ਕਿਸਮ ਦਾ ਹਕੂਮਤ ਹੈ, ਉੱਥੋਂ ਤਾਂ ਸਾਰਾ ਕੁਝ ਹੀ ਜਿਹੜਾ ਉਹਨਾਂ ਦਾ ਜਲ, ਜੰਗਲ, ਜ਼ਮੀਨ ਜਿਹੜਾ ਹੈ ਉਹਦੇ 'ਚ ਨਜ਼ਰ ਹੈ। ਇਹਨਾਂ ਕਾਰਪੋਰੇਟ ਸੀ। ਉਹ ਜਿਹੜਾ ਅੰਦੋਲਨ ਨੇ ਸਹੀ ਦਿਸ਼ਾ ਜਦੋਂ ਫੜਨੀ ਹੈ, ਤੇ ਉਹ ਜਦੋਂ ਜੁੜਨਾ ਭਾਰਤ ਦੇ ਤਮਾਮ ਆਮ ਲੋਕਾਂ ਦੇ ਅੰਦੋਲਨ ਦੇ ਵਿੱਚ, ਜਦੋਂ ਉਹ ਵੀ ਸਾਡੇ ਨਾਲ ਉਹਨੇ ਇੱਕ ਜੜਾਓ ਜਦੋਂ ਹੋਣਾ ਨਾ, ਇਹ ਇਸ ਪਾਸੇ ਵੱਲ ਨੂੰ ਆਉਣ ਵਾਲੇ ਸਮੇਂ 'ਚ ਗੱਲ ਵਧਣੀ, ਫਿਰ ਉਹ ਅਸਲੀ ਜਨ ਅੰਦੋਲਨ ਹੋਣਾ ਹੈ। ਇੱਦਾਂ ਬਾਕੀ ਖਿੱਤਿਆਂ ਦੇ ਵਿੱਚ ਵੀ ਜਿਹੜਾ ਇਸ ਅੰਦੋਲਨ ਦੇ ਵੱਖਰੇ ਰੂਪ ਦੇ ਵਿੱਚ ਅੱਗੇ ਵਧਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ।
ਇੱਕ ਜਿਹੜਾ ਸਭ ਤੋਂ ਇੰਪੋਰਟੈਂਟ ਇਸ ਅੰਦੋਲਨ ਨੇ ਕੰਮ ਕੀਤਾ, ਕਿਸਾਨ ਅੰਦੋਲਨ ਨੇ, ਉਹ ਹੈ ਕਿ ਜਿਹੜਾ ਇੱਕ ਟੈਰਰ ਸੀ ਨਰਿੰਦਰ ਮੋਦੀ ਦੀ ਸਰਕਾਰ ਦਾ ਜਾਂ ਬੀਜੇਪੀ ਦੀ ਸਰਕਾਰ ਦਾ, ਇੱਕ ਦਹਿਸ਼ਤ ਜਿਹੜੀ ਹੈ, ਉਹ ਦਹਿਸ਼ਤ ਤੋੜੀ ਹੈ ਇਸ ਅੰਦੋਲਨ। ਲੋਕ ਗੱਲ ਕਰਨ ਲੱਗ ਪਏ ਆ, ਤੇ ਉਹ ਗੱਲ ਵੀ ਏਦਾਂ ਕਰਨ ਲੱਗ ਪਏ ਆ ਕਿ ਮਤਲਬ ਸਵਾਲ ਕਰਨਾ ਆਪਣਾ ਹੱਕ ਸਮਝਣ ਲੱਗ ਪਏ ਆ। ਇੱਕ ਸਧਾਰਨ ਬੱਚੇ ਤੋਂ ਲੈ ਕੇ, ਛੋਟੇ ਬੱਚੇ ਤੋਂ ਲੈ ਕੇ ਇੱਕ ਔਰਤ ਬਜ਼ੁਰਗ ਤੱਕ ਵੀ ਉਹ ਸਵਾਲ ਕਰਨ ਦਾ ਜਿਹੜਾ ਇੱਕ ਉਹਨਾਂ ਦਾ ਰਾਈਟ ਹੈ, ਉਹਦੇ ਵੱਲ ਵਾਪਸ ਆਏ ਆ। ਜਿਹੜਾ ਜਨਮ ਸਿੱਧ ਅਧਿਕਾਰ ਹੁੰਦਾ ਬੰਦੇ ਦਾ, ਉਹ ਜਿਹੜਾ ਗਵਾਚ ਗਿਆ ਸੀ ਇੱਕ ਦਹਿਸ਼ਤ ਨਾਲ, ਡਰ ਨਾਲ, ਉਹ ਡਰ ਇਸ ਅੰਦੋਲਨ ਨੇ ਤੋੜ ਦਿੱਤਾ ਹੈ। ਤੇ ਇਹੀ ਇਸ ਅੰਦੋਲਨ ਦੇ ਅੱਗੇ ਵਧਣ ਦੀ ਗਰੰਟੀ ਵੀ ਹੈ, ਕਿਉਂਕਿ ਲੋਕਾਂ ਦੇ ਮਨ 'ਚ ਆਉਣ ਲੱਗ ਪਿਆ ਕਿ ਹਾਂ, ਇਸ ਮੁਲਕ ਦੇ ਵਿੱਚ ਵੀ ਲੜਿਆ ਜਾ ਸਕਦਾ, ਗੱਲ ਕੀਤੀ ਜਾ ਸਕਦੀ ਹੈ। ਘਰ ਦੇ ਅੰਦਰ ਹੀ ਬੈਠ ਕੇ ਨਹੀਂ ਸਰਦਾ, ਘਰ ਦੇ ਬਾਹਰ ਨਿਕਲ ਕੇ ਲੜਨਾ ਜਿਹੜਾ ਆ ਇੱਕ ਮਨੁੱਖੀ ਜਿਹੜਾ ਇੱਕ ਅਧਿਕਾਰ ਹੈ, ਸਾਡਾ ਸੰਵਿਧਾਨਕ ਅਧਿਕਾਰ ਵੀ ਹੈ, ਉਹਦੀ ਵਰਤੋਂ ਕੀਤੀ ਜਾ ਸਕਦੀ ਹੈ। ਕੋਈ ਐਡੀ ਡਰਨ ਡੁਰਨ ਦੀ ਗੱਲ ਨਹੀਂ। ਇਸ ਅੰਦੋਲਨ ਨੇ ਭੈ ਨੂੰ ਤੋੜਿਆ, ਡਰ ਤੰਤਰ ਨੂੰ ਤੋੜਿਆ ਜੀ। ਦਸਾਂਝ ਸਾਹਿਬ, ਜਿਹੜੇ ਅੰਦੋਲਨ ਨਾਲ ਅਸੀਂ ਇਹਨੂੰ ਕੰਪੇਅਰ ਕਰ ਰਹੇ ਹਾਂ, ਜੋੜ ਰਹੇ ਹਾਂ, ਉਹਦੇ ਬਾਰੇ ਤੇ ਜਿਹੜੀਆਂ ਲਗਾਤਾਰ ਸਰਕਾਰਾਂ ਨੇ ਇਹੋ ਜਿਹੀਆਂ ਲੋਕਾਂ ਦੇ ਵਿੱਚ ਦਹਿਸ਼ਤ ਫੈਲਾਈ ਹੋਈ ਆ ਕਿ ਉਹ ਜਿਹੜੇ ਲੋਕ ਨੇ, ਮਾਓਵਾਦੀ ਲੋਕ ਜਿਨ੍ਹਾਂ ਨੂੰ ਅਸੀਂ ਕਹਿ ਕੇ, ਜਿਹੜੇ 110-12 ਜ਼ਿਲ੍ਹਿਆਂ ਦੇ ਵਿੱਚ ਬਗਾਵਤ ਵਰਗੀ ਸੁਰ 'ਚ ਲੋਕ ਗੱਲ ਕਰ ਰਹੇ ਨੇ, ਉਹਨਾਂ ਦਾ ਨਾਂ ਲੈਣਾ ਵੀ ਜਿਹੜਾ ਉਹ ਦੇਸ਼ ਧਰੋਹ ਆ। ਤੇ ਬਹੁਤ ਸਾਰੇ ਬੁੱਧੀਜੀਵੀ ਵਿਚਾਰੇ ਇਸੇ ਗੱਲ 'ਚ ਹੀ ਜੇਲ੍ਹਾਂ ਦੇ ਵਿੱਚ ਤਾੜੇ ਹੋਏ ਆ ਕਿ ਉਹ ਉਸ ਅੰਦੋਲਨ ਨੂੰ ਕਿਤੇ ਜਸਟੀਫਾਈ ਕਰ ਰਹੇ ਆ, ਕਿਉਂਕਿ ਹੁਣ ਜਿਵੇਂ ਤੁਸੀਂ ਕਹਿਤਾ ਕਿ ਉਹਨਾਂ ਦਾ ਸਾਰਾ ਕੁਝ ਹੀ ਦਾਅ 'ਤੇ ਲੱਗਾ, ਉਹਨਾਂ ਦੇ ਜੰਗਲ, ਜ਼ਮੀਨ, ਖਣਿਜ ਸਭ ਕੁਝ ਕਾਰਪੋਰੇਟ ਦੇ ਹਵਾਲੇ ਕਰ ਦਿੱਤੇ, ਤੇ ਉਹ ਲੋਕ ਜਾਣ ਤੇ ਜਾਣ ਕਿੱਥੇ। ਤੇ ਜਦੋਂ ਕਿਸਾਨ ਅੰਦੋਲਨ ਉਸ ਅੰਦੋਲਨ ਦਾ ਰੂਪ ਧਾਰਦਾ ਜਾਂ ਉਸ ਅੰਦੋਲਨ ਦੇ ਨਾਲ ਜੁੜਦਾ ਹੈ, ਤੇ ਫਿਰ ਤਾਂ ਬੜਾ ਸਹਿਜੇ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਅਸੀਂ ਸਿਵਲ ਵਾਰ ਵੱਲ ਵੱਧ ਪਾਂਗੇ। ਫਿਰ ਤਾਂ ਇੱਕ ਕਿਸਮ ਦੀ ਹਥਿਆਰਬੰਦ ਬਗਾਵਤ ਦੇ ਰਾਹ ਵਾਲੇ ਪਾਸੇ ਤੁਰ ਪਏਗੀ ਗੱਲ, ਜਿਹੜੀ ਕੋਈ ਵੀ ਸਰਕਾਰ ਜਿਹੜੀ ਆ ਉਹ ਕਦੀ ਵੀ ਨਹੀਂ ਹੋਣ ਦੇਊਗੀ, ਨਹੀਂ ਚਾਹੂਗੀ ਕਿ ਇਹ ਸੁਮੇਲ ਕਿਤੇ ਤਰ੍ਹਾਂ ਹੋ ਜਾਵੇ। ਨਹੀਂ ਕਹਿੰਦਾ ਨਹੀਂ ਹੈ। ਮੈਂ ਇਹ ਕਹਿਣਾ, ਮੈਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਮਾਓਵਾਦੀ ਅੰਦੋਲਨ ਹੈ, ਉਹਦੇ ਪੈਦਾ ਹੋਣ ਦੇ ਕੀ ਕਾਰਨ ਹੈ ਜਾਂ ਕਿਹੜੇ ਕਿਹੜੇ ਕਾਰਕ ਕੰਮ ਕਰਦੇ, ਇਹ ਬਹੁਤ ਵੱਡਾ ਵਿਸ਼ਾ ਆ। ਤੇ ਦੂਜੀ ਗੱਲ ਮੈਂ ਕਹਿ ਰਿਹਾ ਕਿ ਉਹ ਅੰਦੋਲਨ ਕੇਵਲ ਜਿਹੜਾ ਅੰਦੋਲਨ ਮਾਓਵਾਦੀ ਅੰਦੋਲਨ, ਉੱਥੇ ਉਹੀ ਅੰਦੋਲਨ ਨਹੀਂ ਹੈ। ਤੁਸੀਂ ਯਾਦ ਕਰੋ, ਦੋ ਵਾਰੀ ਹੋਇਆ ਕਿ 400 ਕਿਲੋਮੀਟਰ ਪੈਦਲ ਚੱਲ ਕੇ ਆਦਿਵਾਸੀ ਲੋਕ ਜਿਹੜੇ ਆ ਉਹ ਦਿੱਲੀ ਤੱਕ ਆਏ। 400 ਕਿਲੋਮੀਟਰ ਪੈਦਲ ਚੱਲ ਕੇ 50 ਹਜ਼ਾਰ ਦੀ ਗਿਣਤੀ 'ਚ। ਅਜੇ ਬਹੁਤੀ ਦੇਰ ਨਹੀਂ ਹੋਈ ਜਿਹੜਾ ਬੰਬੇ 'ਚ ਇੱਕ ਮਾਰਚ ਹੋਇਆ, ਕਿਸਾਨਾਂ ਦਾ ਮਾਰਚ ਸੀ, ਉਹ ਵੀ ਪੈਦਲ ਮਾਰਚ ਸੀ, ਜਿਹੜਾ ਸਾਰੇ ਮਹਾਰਾਸ਼ਟਰ ਤੋਂ ਲੋਕ ਆਏ। ਉਹ ਕੋਈ ਹਥਿਆਰਬੰਦ ਲੋਕ ਥੋੜ੍ਹਾ ਸੀ, ਉਹ ਕੋਈ ਮਾਓਇਸਟ ਨਹੀਂ ਸੀ। ਜਿਹੜੇ ਦਿੱਲੀ ਵੀ ਆਏ 2 ਵਾਰ ਲਗਾਤਾਰ 50 ਹਜ਼ਾਰ ਦੀ ਗਿਣਤੀ 'ਚ ਨੰਗੇ ਪੈਰੀ 400 ਕਿਲੋਮੀਟਰ ਚੱਲ ਕੇ, ਉਹ ਸੰਕੇਤ ਨੇ ਕਿ ਉਹ ਉੱਥੇ ਵੀ ਉਹ ਅੱਗ ਬਲ ਰਹੀ ਹੈ। ਤੇ ਉੱਥੇ ਜ਼ਰੂਰੀ ਨਹੀਂ ਹਥਿਆਰਬੰਦ ਉਹ ਮਾਓਇਸਟ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਨੇ। ਮੈਂ ਕਹਿੰਦਾ, ਜਦੋਂ ਮੈਂ ਕਹਿੰਦਾ ਕਿ ਇਸ ਅੰਦੋਲਨ ਨੇ ਵੀ ਕਾਇਆ ਆਪਣੀ ਬਦਲੀ ਹੈ, ਜਿਹੜੇ ਉਧਰ ਅੰਦੋਲਨ ਹੋ ਰਿਹਾ ਉਹਨਾਂ ਨੇ ਵੀ ਆਪਣਾ ਰੂਪ ਬਦਲ, ਇੱਕ ਕਿਤੇ ਨਾ ਕਿਤੇ ਸਾਂਝਾ ਪਲੇਟਫਾਰਮ ਤੇ ਜਦੋਂ ਆਉਣਾ ਹੈ, ਤੇ ਫਿਰ ਉਹਦੇ 'ਚ ਜਿਹੜਾ ਇਸ ਅੰਦੋਲਨ ਨੇ ਨੈਰੇਟਿਵ ਉਸਾਰ ਦਿੱਤਾ ਕਿ ਅਸੀਂ ਕਿਸੇ ਵੀ ਕੀਮਤ ਤੇ ਵਾਇਲੈਂਸ ਦੇ ਵਿੱਚ ਯਕੀਨ ਨਹੀਂ ਕਰਨ ਵਾਲੇ ਲੋਕ, ਅਸੀਂ ਹਿੰਸਾ 'ਚ ਨਹੀਂ ਪੈਣਾ। ਸਰਕਾਰ ਚਾਹੇਗੀ, ਇਸੇ ਕਰਕੇ ਸਰਕਾਰ ਇਹਨੂੰ ਨਕਸਲੀ ਅੰਦੋਲਨ ਵੀ ਕਹਿੰਦੀ ਰਹੀ ਹੈ, ਇਸੇ ਕਰਕੇ ਸਰਕਾਰ ਇਹਨੂੰ ਖਾਲਿਸਤਾਨੀ ਅੰਦੋਲਨ ਵੀ ਕਹਿੰਦੀ ਰਹੀ ਹੈ। ਸਰਕਾਰ ਤਾਂ ਇਹੀ ਚਾਹੁੰਦੀ ਹੈ, ਪਰ ਏਦਾਂ ਹੋਣਾ ਨਹੀਂ ਹੈ, ਕਿਉਂਕਿ ਇਸ ਅੰਦੋਲਨ ਨੇ ਆਪਣਾ ਅਕਸ ਜਿਹੜਾ ਆ ਜਾਂ ਇਮੇਜ ਜਿਹੜੀ ਏਦਾਂ ਬਿਲਡ ਕੀਤੀ ਹੈ ਵੀ ਸਾਡਾ ਕੋਈ ਯਕੀਨ ਨਹੀਂ ਹੈ ਹਿੰਸਾ ਦੇ ਵਿੱਚ। ਅਸੀਂ ਮਰਨ ਨੂੰ ਤਿਆਰ ਹੈ, ਪਰ ਅਸੀਂ ਕਿਸੇ ਨੂੰ ਮਾਰਨ ਥੋੜ੍ਹਾ ਆਏ ਇੱਥੇ। ਅਸੀਂ ਆਪਣੇ ਆਪ ਨੂੰ, ਆਪਣੀਆਂ ਨਸਲਾਂ ਨੂੰ ਬਚਾਉਣ ਆਏ ਇੱਥੇ, ਅਸੀਂ ਕਿਸੇ ਨੂੰ ਮਾਰਨ ਨਹੀਂ ਆਏ। ਸੋ ਇਸ ਕਰਕੇ ਇਸ ਅੰਦੋਲਨ ਦਾ ਜਿਹੜਾ ਇੱਕ ਰੂਹ ਆ ਜਾਂ ਆਤਮਾ ਹੈ, ਉਹ ਇਹ 'ਚ ਸਾਫ਼ ਦੇਖੀ ਜਾ ਸਕਦੀ ਹੈ। ਇਸੇ ਰੂਪ 'ਚ ਇਸ ਅੰਦੋਲਨ ਦੇ ਅੱਗੇ ਵਿਸਥਾਰਤ ਹੋਣਾ ਹੈ, ਤੇ ਉਹਦੇ ਲਈ ਬਹੁਤ ਵੱਡੀ ਸਪੇਸ ਜਿਹੜੀ ਹੈ ਹਿੰਦੁਸਤਾਨ 'ਚ ਪਈ ਹੈ। ਅਸੀਂ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੀਏ ਦੇ ਖਿਲਾਫ ਅੰਦੋਲਨ ਸੀ, ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਜਿਹੜਾ ਸ਼ਾਹੀਨ ਬਾਗ ਦਾ ਮੋਰਚਾ, ਇਹ ਮੋਰਚੇ ਤੁਸੀਂ ਦੇਖੋਗੇ ਇਹ ਜਦੋਂ ਇਕੱਠੇ ਹੋਣੀਆਂ ਚੀਜ਼ਾਂ, ਤੇ ਹਰ ਥਾਂ ਤੇ ਮੋਰਚੇ ਜਿਹੜੇ ਅਸੀਂ ਦੇਖਣ ਵਾਲੇ ਹੋਵਾਂਗੇ। ਮਤਲਬ ਦੇਸ਼ ਦੇ ਹਰ ਖੂੰਜੇ 'ਚ ਇਸ ਤਰ੍ਹਾਂ ਦੇ ਮੋਰਚੇ ਹੋਣਗੇ। ਜਿੱਦਾਂ ਮੈਂ ਕਿਸਾਨ ਅੰਦੋਲਨ ਦੀ ਵੀ ਗੱਲ ਕਰਦਾ, ਜਿੱਦਾਂ ਏਦਾਂ ਦੀ ਗੱਲ ਵੀ ਆਈ ਵੀ ਇਕੱਲਾ ਦਿੱਲੀ ਨਹੀਂ, ਅਸੀਂ ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਹਰ ਰਾਜਧਾਨੀ ਦੇ ਵਿੱਚ ਏਦਾਂ ਦੇ ਮੋਰਚੇ ਲਾਉਣ ਨੂੰ ਤਿਆਰ ਹੈ। ਸ਼ਾਇਦ ਇਸ ਪਾਸੇ ਵੱਲ ਨੂੰ ਵੀ ਗੱਲ ਵਧੇ,
ਕੱਲ ਨੂੰ ਪੰਜਾਬ ਦਾ ਕਿਸਾਨਾਂ ਦਾ ਇੱਕ ਵੱਡਾ ਹਿੱਸਾ ਚੰਡੀਗੜ੍ਹ ਮੋਰਚਾ ਲਾ ਕੇ ਬਹਿ ਜਾਵੇ, ਹਰਿਆਣੇ ਤੇ ਪੰਜਾਬ ਵਾਲੇ ਵੱਖਰੇ ਵੱਖਰੇ ਬਹਿ ਜਾਣ ਵੀ ਠੀਕ ਹੈ, ਤੁਸੀਂ ਉਧਰਲੇ ਪਾਸੇ ਪੰਚਕੂਲਾ ਵਾਲੇ ਪਾਸੇ ਲਾ ਲਓ ਮੋਰਚਾ, ਜਾਂ ਸੈਕਟਰੀਏਟ ਦੇ ਪਰਲੇ ਪਾਸੇ ਤੁਸੀਂ ਲਾ ਲਓ, ਇੱਧਰ ਪੰਜਾਬ ਵਾਲੇ ਬੈਠੇ ਜਾਂ ਇਕੱਠੇ ਵੀ ਬਹਿ ਜਾਓ, ਕੋਈ ਗੱਲ ਨਹੀਂ। ਰਾਜਧਾਨੀਆਂ ਦੇ ਵਿੱਚ ਮੋਰਚੇ ਲੱਗ ਜਾਣਗੇ ਆਉਣ ਵਾਲੇ ਸਮੇਂ 'ਚ। ਪਤਾ ਨਹੀਂ, ਹੁਣ ਦੇਖੋ ਇਹ ਕਿਸਾਨ ਅੰਦੋਲਨ ਨੂੰ ਲੀਡ ਕਰਨ ਵਾਲੇ ਲੋਕ ਇਹਦੇ ਬਾਰੇ ਸੋਚਦੇ ਹੋਣਗੇ, ਤੇ ਫਿਰ ਪਤਾ ਲੱਗੇਗਾ ਭਵਿੱਖ ਦੇ ਵਿੱਚ ਸਰਕਾਰ ਕੀ ਫਾਰਮੂਲੇ ਲਿਆਉਂਦੀ ਹੈ ਤੇ ਜਥੇਬੰਦੀਆਂ ਦੇ ਕੀ ਫਾਰਮੂਲੇ। ਦਸਾਂਝ ਸਾਹਿਬ, ਜਿਹੜਾ ਅੰਦੋਲਨ ਹੈ ਕਿਸਾਨ ਅੰਦੋਲਨ, ਇਹ ਹਰਿਆਣੇ 'ਚ ਇਹਦਾ ਰੂਪ ਥੋੜ੍ਹਾ ਜਿਹਾ ਡਿਫਰੈਂਟ ਨਜ਼ਰ ਆਉਂਦਾ ਆ। ਅੱਜ ਹੀ ਮੈਂ ਦੋ ਖਬਰਾਂ ਵੱਲ ਮੇਰਾ ਧਿਆਨ, ਇੱਕ ਰੋਹਤਕ 'ਚ ਹੋਈ ਆ, ਇੱਕ ਮੰਦਿਰ ਦੇ ਵਿੱਚ ਬੀਜੇਪੀ ਵਾਲਿਆਂ ਨੂੰ ਅੰਦਰ ਬੰਦ ਕਰ ਛੱਡਿਆ, ਕਾਫੀ ਦੇਰੋਂ ਦੇ ਗੱਡੀਆਂ ਦੀ ਹਵਾ ਕੱਢਤੀ, ਤੋੜ ਭੰਨ ਵੀ ਹੋਈ ਆ ਕੁਝ। ਮੁੜ ਕੇ ਉਹਨਾਂ ਦੇ ਮੰਤਰੀ ਸਾਹਿਬ ਮਾਫੀ ਮੰਗ ਕੇ ਛੁੱਟੇ, ਔਰ ਉਹਨਾਂ ਬਾਅਦ 'ਚ ਕਿਹਾ ਕਿ ਮੈਂ ਮਾਫੀ ਮੰਗੀ ਨਹੀਂ। ਤੇ ਇੱਕ ਘਟਨਾ ਜਿਹੜੀ ਆ ਉਹ ਹੋਈ ਆ ਜੀ ਹਿਸਾਰ ਵਿੱਚ ਵੀ, ਜਿੱਥੇ ਕੋਈ ਉਹਨਾਂ ਦਾ MP ਆ, ਉਹਦੀ ਗੱਡੀ ਦੀ ਤੋੜ ਭੰਨ ਹੋਈ ਆ। ਮਤਲਬ ਹਰਿਆਣੇ 'ਚ ਅੰਦੋਲਨ ਦਾ ਰੂਪ ਕੁਝ ਹੋਰ ਨਜ਼ਰ ਆਉਂਦਾ ਆ, ਬਾਰਡਰਾਂ 'ਤੇ ਬੈਠੇ ਕਿਸਾਨਾਂ ਦੀ ਜਿਹੜੀ ਆਵਾਜ਼ ਹੈ ਕੁਝ ਹੋਰ ਰੂਪ 'ਚ ਨਜ਼ਰ ਆਉਂਦੀ ਆ, ਤੇ ਪੰਜਾਬ ਦੇ ਵਿੱਚ ਜਿੱਥੋਂ ਅੰਦੋਲਨ ਸ਼ੁਰੂ ਹੋਇਆ ਉਹ ਰਾਜਨੀਤੀ 'ਚ ਗਰਕ ਹੁੰਦਾ ਵੀ ਮੈਨੂੰ ਕਿਤੇ ਕਿਤੇ ਦਿਖ ਰਿਹਾ। ਅਸੀਂ ਗੱਲਾਂ ਹੀ ਸਿੱਧੂ ਹੋਰਾਂ ਦੀਆਂ ਕਰੀ ਜਾਂਦੇ ਆ, ਅਗਲੀ ਇਲੈਕਸ਼ਨ ਦੀਆਂ ਕਰੀ ਜਾਂਦੇ ਆ, ਤੇ ਜਿਹੜਾ ਵੱਡਾ ਅੰਦੋਲਨ ਵਿੱਢਿਆ ਹੋਇਆ ਉਹ ਕਿਤੇ ਉਹਦੀਆਂ ਖਬਰਾਂ ਹੁਣ ਪਿਛਲੇ ਪੰਨਿਆਂ ਤੇ ਚਲ ਗਈਆਂ। ਜਿਹੜੀ ਮੁੱਖ ਖਬਰ ਕਿਸਾਨੀ ਦੀ ਮੋਰਚੇ ਦੀ ਹੋਣੀ ਚਾਹੀਦੀ ਆ, ਨਾ ਸਾਡੇ ਜਰਨਲਿਜ਼ਮ ਵਾਲਿਆਂ ਦਾ, ਨਾ ਆਮ ਲੋਕ ਵੀ ਹੁਣ ਥੋੜ੍ਹਾ ਜਿਹਾ ਇੱਧਰ ਜਿਹੜਾ ਉਹ ਜਿਹਨੂੰ ਕਹਿੰਦੇ ਆ ਨਾ, ਉਹ ਰਾਜਨੀਤੀ ਦਾ ਸਵਾਦ ਲੈਣ ਵਾਲੇ ਪਾਸੇ ਜ਼ਿਆਦਾ ਕੰਨ ਕਰਦੇ ਆ, ਤੇ ਚੈਨਲ ਵੀ ਉਹੀ ਖਬਰਾਂ ਚੁੱਕਦੇ ਆ, ਅਖਬਾਰਾਂ ਵੀ ਉਹ ਖਬਰਾਂ ਚੁੱਕਦੀਆਂ ਜਿਹੜੀਆਂ ਲੋਕਾਂ ਦੇ ਮਨ ਨੂੰ ਭਾਉਂਦੀਆਂ ਨੇ। ਤੇ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਤੀਜੇ ਪੇਜ ਦੀ ਖਬਰ ਬਣ ਗਿਆ, ਤੇ ਸਿੱਧੂ ਹੋਰੀ ਪਹਿਲੇ ਨੰਬਰ ਤੇ ਤੁਰੇ ਫਿਰਦੇ ਆ, ਤੇ ਜਿੱਥੋਂ ਸ਼ੁਰੂ ਹੋਇਆ ਸੀ ਉੱਥੇ ਇਹ ਹਾਲ ਹੋ ਰਹੀ ਆ। ਤੇ ਹਰਿਆਣੇ ਵਾਲੇ ਕਾਫੀ ਅਗਰੈਸਿਵ ਨੇ। ਦੇਖੋ ਹਰਿਆਣੇ 'ਚ ਥੋੜ੍ਹੀਆਂ ਸਿਚੁਏਸ਼ਨਸ ਜਿਹੜੀਆਂ ਵੱਖਰੀਆਂ ਨੇ, ਉੱਥੇ ਅਸਲ ਦੇ ਵਿੱਚ ਇਹ ਸਾਰੇ ਲੋਕ ਜਿਹੜੇ ਆ, ਜਿਹੜੇ ਇੱਕਦਮ ਇਸ ਅੰਦੋਲਨ ਦੇ ਨਾਲ ਜੁੜੇ ਨੇ, ਉਹ ਅਗਰੈਸਿਵ ਲੋਕ ਨੇ। ਜਾਟ ਅੰਦੋਲਨ ਦੇ ਵਿੱਚ ਵੀ ਇਹੀ ਲੋਕ ਐਕਟਿਵ ਸੀ। ਇਹ ਕੋਈ ਮਤਲਬ ਮੈਂ ਮਾਫੀ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਸ ਤਰ੍ਹਾਂ ਦਾ ਇੱਕ ਮਤਲਬ ਕਾਡਰ ਆਧਾਰਿਤ ਜਥੇਬੰਦੀਆਂ ਦਾ ਇੱਕ ਸਾਡੇ ਇੱਥੇ ਪੰਜਾਬ ਦੇ ਵਿੱਚ ਇੱਕ ਮਾਹੌਲ ਹੈ, ਉੱਦਾਂ ਦਾ ਹਰਿਆਣੇ 'ਚ ਉਸ ਰੂਪ ਦੇ ਵਿੱਚ ਨਹੀਂ ਹੈ। ਠੀਕ ਹੈ, ਗੁਰਨਾਮ ਸਿੰਘ ਸਤੂਨੀ ਦੀ ਅਗਵਾਈ 'ਚ ਭਾਰਤੀ ਕਿਸਾਨ ਯੂਨੀਅਨ ਨਹੀਂ, ਪਰ ਉਹਨਾਂ ਦੀਆਂ ਖਾਪਾਂ ਵਗੈਰਾ ਤੇ ਆਪਣੇ ਨਾਲ ਜ਼ਿਆਦਾ ਸਟਰੋਂਗ ਨੇ ਸਰ। ਉਹਨਾਂ ਦੀਆਂ ਖਾਪ ਪੰਚਾਇਤਾਂ ਦੂਜਾ ਤੇ ਜਾਓ, ਸਾਡੇ ਨਾਲ ਜ਼ਿਆਦਾ ਸਟਰੋਂਗ ਨੇ। ਮੈਂ ਉਹੀ ਕਹਿ ਰਿਹਾ ਉਹ ਬੜੇ ਅਗਰੈਸਿਵ ਲੋਕ ਨੇ। ਮੈਂ ਤਾਂ ਹੀ ਕਿਹਾ ਵੀ ਇਹ ਸਾਰੀ ਜਾਟ ਅੰਦੋਲਨ ਦੇ ਵਿੱਚ ਵੀ ਸ਼ਾਮਲ ਰਹੇ ਨੇ। ਜਾਟ ਅੰਦੋਲਨ ਦੇ ਦੌਰਾਨ ਕੀ ਕੁਛ ਹੋਇਆ ਆਪਾਂ ਨੂੰ ਪਤਾ, ਤੇ ਭੰਨ ਤੋੜ ਜਿਹੜੀ ਆ ਉਹ ਬੜੀ ਛੇਤੀ ਰਹੀ ਹੈ। ਤੇ ਇਹਨਾਂ ਦਾ ਆਉਣਾ ਹੀ ਬਹੁਤ ਵੱਡੀ ਗੱਲ ਹੈ ਵੀ ਇਹ ਕਿਸਾਨਾਂ ਦੀ ਹਮਾਇਤ ਵਿੱਚ ਉਤਰ ਆਏ ਨੇ, ਜਾਂ ਖੁਦ ਕਿਸਾਨ ਹੋਣ ਕਰਕੇ ਇਹਨਾਂ ਨੂੰ ਵੀ ਲੱਗਾ ਵੀ ਸਾਡੀਆਂ ਵੀ ਜ਼ਮੀਨਾਂ ਗਈਆਂ। ਪਰ ਇਹਨਾਂ ਦੀ ਫਿਤਰਤ ਜਿਹੜੀ ਆ ਜਾਂ ਸੁਭਾਅ ਦੇ ਵਿੱਚ ਇਦਾਂ ਦਾ ਹੈ ਵੀ ਇਹ ਬਹੁਤੀ ਜੇ ਦੇਰ ਨਾ ਬਰਦਾਸ਼ਤ ਨਹੀਂ ਕਰਦੇ ਕਿਸੇ ਨੂੰ, ਫਿਰ ਇਹ ਮਾਰ ਮਰਾਈ ਤੇ ਆ ਜਾਂਦੇ ਆ। ਇਸ ਕਰਕੇ ਹਰਿਆਣੇ 'ਚ ਜ਼ਿਆਦਾ ਇਦਾਂ ਦੀਆਂ ਖਬਰਾਂ ਆਉਂਦੀਆਂ ਨੇ। ਬਾਕੀ ਠੀਕ ਹੈ ਗੱਲ ਤੁਹਾਡੀ, ਪੰਜਾਬ ਦੇ ਵਿੱਚ ਤੇ ਦੇਖੋ ਹੁਣ 400 ਤੋਂ ਜ਼ਿਆਦਾ ਦਿਨ ਹੋ ਗਏ ਇਸ ਅੰਦੋਲਨ ਨੂੰ ਚੱਲਦਿਆਂ। ਜੇ ਪੰਜਾਬ ਦੀ ਗੱਲ ਕਰੀਏ, ਜਦੋਂ ਤੋਂ ਅੰਦੋਲਨ ਪੰਜਾਬ ਸ਼ੁਰੂ ਹੋਇਆ 400 ਤੋਂ ਜ਼ਿਆਦਾ ਦਿਨ ਹੋ ਗਏ ਪੰਜਾਬ 'ਚ। ਤੇ ਕਈ ਵਾਰੀ ਹੁੰਦਾ ਮੀਡੀਆ ਦਾ, ਜਿੱਦਾਂ ਦਾ ਆਪਾਂ ਨੂੰ ਪਤਾ ਹੀ ਹੈ ਵੀ ਮੀਡੀਆ 'ਚ ਜਿਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ, ਮੀਡੀਆ ਹੋਰ ਢੰਗ ਦੇ ਨਾਲ ਰਿਐਕਟ ਵੀ ਕਰਦਾ। ਮੀਡੀਆ ਆਪਣੇ ਤਰੀਕੇ ਦੇ ਨਾਲ ਕਹਿ ਲਓ ਵੀ ਆਪਣਾ ਉਹਨਾਂ ਨੇ TRP ਵੀ ਬਣਾਉਣੀ ਹੁੰਦੀ ਹੈ। ਕੁਝ ਮੀਡੀਆ 'ਚ ਲੋਕ ਬੈਠੇ ਨੇ ਜਿਹੜੇ ਹਾਲੇ ਵੀ ਲਗਾਤਾਰ ਇਹਨੂੰ ਪ੍ਰਮੁੱਖ ਥਾਂ ਦਿੰਦੇ ਆ। ਪ੍ਰਿੰਟ ਮੀਡੀਆ ਦੇ ਵਿੱਚ ਵੀ ਸਪੈਸ਼ਲੀ ਮਤਲਬ ਨਾਂ ਲੈਣ 'ਚ ਵੀ ਕੋਈ ਹਰਜ ਨਹੀਂ, ਪੰਜਾਬੀ 'ਚ ਵੀ ਹੁਣ ਲਗਾਤਾਰ ਇਸ ਅੰਦੋਲਨ ਦੀ ਹਮਾਇਤ ਦੇ ਵਿੱਚ ਕੰਮ ਕਰ ਰਹੀ ਹੈ ਪੰਜਾਬੀ 'ਚ, ਬਾਕੀ ਅਖਬਾਰਾਂ ਵੀ ਕਰ ਰਹੀ ਹੈ। ਪਰ ਜਿਹੜੇ ਆਹ ਚੈਨਲ ਜੇ ਬਣ ਗਏ, ਇਹਦੇ 'ਚ ਥੋੜਾ ਜਿਹਾ ਇਹ ਜ਼ਿਆਦਾ ਬਾਈਟ ਬੂਈਟ ਏਦਾਂ ਦੀ ਲੈਂਦੇ ਆ, ਤਾਂ ਮਤਲਬ ਤੂੰ ਤੜਾਕ ਜਿਹੜੀ ਸਿਆਸਤ ਹੈ ਨਵਜੋਤ ਸਿੰਘ ਸਿੱਧੂ ਦੀ। ਤੇ ਮੈਂ ਤਾਂ ਕਿਹਾ ਤੁਸੀਂ ਕਿਸਾਨ ਅੰਦੋਲਨ ਦਾ ਜਿਹੜੀ ਵਿਰੋਧੀ ਧਿਰ ਹੈ, ਸ਼੍ਰੋਮਣੀ ਅਕਾਲੀ ਦਲ ਸੁਰਖੀ ਬਣਾਉਣ ਨੂੰ ਤਰਸਿਆ ਹੋਇਆ ਵੀ ਸਾਡੀ ਵੀ ਕਦੇ ਸੁਰਖੀ ਬਣ ਜਾਵੇ। ਪਰ ਜੇ ਇਸ ਢੰਗ ਨਾਲ ਕਾਂਗਰਸ ਦੇ ਵਿੱਚ ਸਾਰਾ ਕੁਝ ਚੱਲਦਾ, ਮੀਡੀਆ ਉਹਨੂੰ ਉਸ ਢੰਗ ਨਾਲ ਆਪਣੇ ਤਰੀਕੇ ਨਾਲ ਆਪਣੀ TRP ਦੇਖਦਾ ਹੈ। ਪਰ ਇਹ ਨਹੀਂ ਹੈ ਕਿ ਅੰਦੋਲਨ ਕੋਈ ਪੰਜਾਬ 'ਚ ਮੱਠਾ ਪੈ ਗਿਆ। ਅੱਛਾ, ਲਾਸਟ ਕੁਐਸਚਨ ਹੈ ਮੇਰਾ, ਤੇ ਬੜਾ ਬਰੀਫ ਜਵਾਬ ਦੇ ਦਿਓ। 8 ਤਰੀਕ ਨੂੰ ਪੰਜਾਬ ਦੀ ਹੋ ਰਹੀ ਆ ਮੇਰੇ ਖਿਆਲ ਵਿਧਾਨ ਸਭਾ ਦੀ ਮੀਟਿੰਗ, ਤੇ ਜਿਹਦੇ 'ਚ ਐਲਾਨ ਪਹਿਲਾਂ ਹੀ ਕੀਤਾ ਹੋਇਆ ਕਿ ਜਿਹੜੇ ਖੇਤੀ ਕਾਨੂੰਨ ਨੇ ਤਿੰਨੇ ਰੱਦ ਕਰ ਦਿੱਤੇ ਜਾਣਗੇ, ਤੇ ਜਿਹੜਾ BSF ਵਾਲਾ ਕਾਨੂੰਨ ਬਣਾਇਆ ਉਹ ਵੀ ਰੱਦ ਕਰ ਦਿੱਤਾ ਜਾਊਗਾ। ਇਹਦੇ ਕਾਨੂੰਨੀ ਮਾਇਨੇ ਕੀ ਨੇ? ਸਿਆਸਤ ਦੀ ਗੇਮ ਹੈ ਜਾਂ ਕਾਨੂੰਨੀ ਤੌਰ ਤੇ ਬਿਲਕੁਲ ਉੱਦਾਂ ਦਾ ਹੋਊਗਾ, ਜਾਂ ਰੀਕਨਸਿਲੇਸ਼ਨ ਆਫ ਵਾਟਰ ਐਕਟ ਜੇ ਉਹ ਪਹਿਲਾਂ ਕੀਤਾ ਸੀ ਕੈਪਟਨ ਸਾਹਿਬ ਨੇ? ਬਸ ਉਦਾਂ ਹੀ, ਹਾਂਜੀ
ਉਹਦੇ ਉਹ ਮੈਨੂੰ ਹੋਣਾ ਥੋੜਾ ਇਹ ਆ ਜਿਹਾ ਵੀ ਠੀਕ ਹੈ ਦੱਸੋ ਕਿ ਪੰਜਾਬ ਦੇ ਲੋਕਾਂ 'ਚ ਕੀ ਉਹਦਾ ਕੋਈ ਲੀਗਲ ਵੀ ਕੋਈ ਗੱਲ ਬਣਦੀ ਆ? ਬਹੁਤ ਸਾਰੇ ਮੈਂ ਐਕਸਪਰਟ ਦੀ ਰਾਏ ਸੁਣ ਰਿਹਾ ਕਿ ਪੰਜਾਬ ਗੌਰਮੈਂਟ ਭਾਵੇਂ ਰੱਦ ਵੀ ਕਰ ਦੇਵੇ, ਪਹਿਲੀ ਗੱਲ ਤੇ ਉਹਦੀ ਹੱਦ ਤੋਂ ਬਾਹਰ ਹੈ, ਉਹ ਰੱਦ ਕਰ ਨਹੀਂ ਸਕਦੀ। ਆਪਾਂ ਹੁਣ ਤੱਕ ਸੁਣਦੇ ਆਏ ਆ ਕਿ ਖੇਤੀ ਦਾ ਕਾਨੂੰਨ ਬਣਾਉਣਾ ਸਟੇਟਾਂ ਦਾ ਮਸਲਾ ਸੀਗਾ, ਫੈਡਰਲ ਢਾਂਚੇ ਮੁਤਾਬਕ ਸਰਕਾਰ ਨੇ ਇਹਨੂੰ ਵਪਾਰ ਨਾਲ ਜੋੜ ਕੇ ਕੁਝ ਕਾਨੂੰਨ ਬਣਾਏ, ਤੇ ਟੈਕਨੀਕਲੀ ਉਹਨੂੰ ਚੈਲੰਜ ਸਿਰਫ ਕੋਰਟ ਹੀ ਕਰ ਸਕਦੀ ਆ ਜਾਂ ਉਹਨੂੰ ਰੱਦ ਕਰ ਸਕਦੀ ਆ। ਜੇ ਸਟੇਟ ਕੋਈ ਰੱਦ ਕਰ ਵੀ ਦਿੰਦੀ ਆ ਨਹੀਂ ਤੇ ਉਹ ਅਮਲੀ ਤੌਰ ਤੇ ਨਹੀਂ ਹੋਣੇ। ਇਹ ਦੇਖੋ ਠੀਕ ਆ ਗੱਲ ਤੁਹਾਡੀ, ਅਮਲੀ ਤੌਰ ਤੇ ਨਹੀਂ ਹੋਣੀ, ਪਰ ਇਹ ਤਾਂ ਜ਼ਰੂਰ ਹੈ ਨਾ ਵੀ ਜੇ ਸਟੇਟ ਇਸ਼ੂ ਆ, ਸੰਵਿਧਾਨ ਸਾਡਾ ਇਹ ਕਹਿੰਦਾ ਹੈ ਕਿ ਸਟੇਟ ਇਸ਼ੂ ਹੈ, ਤੇ ਸਟੇਟ ਦੀ ਅਸੈਂਬਲੀ ਦੇ ਵਿੱਚ ਰੱਦ ਕਰਕੇ ਉਹਨੂੰ ਕੋਰਟ ਦੇ ਵਿੱਚ ਇੱਕ ਬਕਾਇਦਾ ਐਵੀਡੈਂਸ ਦੇ ਤੌਰ ਤੇ ਤਾਂ ਦਿੱਤਾ ਜਾ ਸਕਦਾ ਕੱਲ ਨੂੰ ਜੇ ਕੋਰਟ ਦੇ ਵਿੱਚ ਕੇਸ ਹੁੰਦਾ ਵੀ ਦੇਖੋ ਸਟੇਟ ਦਾ ਸਬਜੈਕਟ ਸੀ, ਸਟੇਟ ਦੀ ਅਸੈਂਬਲੀ 'ਚ ਅਸੀਂ ਜਿਹੜਾ ਕੇਂਦਰ ਨੂੰ ਬਣਾਉਣ ਦਾ ਵੀ ਹੱਕ ਹੈ ਨਹੀਂ ਸੀ, ਅਸੀਂ ਰੱਦ ਕਰ ਦਿੱਤਾ, ਅਸੀਂ ਤਾਂ ਆਪਣੀ ਸਟੇਟ 'ਚ ਭਾਈ ਇਹਨੂੰ ਲਾਗੂ ਨਹੀਂ ਕਰਦੇ। ਸ਼ਾਇਦ ਇਦਾਂ ਦਾ ਕੋਈ ਬਣ ਸਕਦਾ, ਇਹ ਤਾਂ ਕਾਨੂੰਨੀ ਮਾਹਰ ਹੀ ਦੱਸਣਗੇ, ਪਰ ਇਹ ਐਕਸਰਸਾਈਜ਼ ਜਿਹੜੀ ਇਹ ਆ ਇਹਦੇ 'ਚ ਲਾਜ਼ਮੀ ਤੌਰ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਵਿੱਚ ਜ਼ਰੂਰ ਇੱਕ ਮੈਸੇਜ ਜਾਏਗਾ ਵੀ ਹਾਂ ਘੱਟੋ ਘੱਟ ਪੰਜਾਬ ਸਰਕਾਰ ਨੇ ਮਤਲਬ ਕੈਪਟਨ ਅਮਰਿੰਦਰ ਤੋਂ ਥੋੜਾ ਵੱਖਰਾ ਸਟੈਪ ਚੁੱਕਿਆ। ਕੈਪਟਨ ਅਮਰਿੰਦਰ ਦੇ ਪੈਰਲਰ 4 ਬਿੱਲ ਲੈਣ ਦੇ, ਉਹ ਕਿੱਥੇ ਆ ਕਿੱਥੇ ਨਹੀਂ ਕਿਸੇ ਨੂੰ ਵੀ ਨਹੀਂ ਪਤਾ, ਤੇ ਚੰਦੀ ਸਰਕਾਰ ਜਿਹੜੀ ਆ ਉਹ ਕਾਨੂੰਨਾਂ ਨੂੰ ਰੱਦ ਕਰ ਗਈ, ਤੇ ਉਹ ਠੀਕ ਹੈ, ਉਹ ਜਿਹੜਾ ਵਾਟਰ ਟਰਮੀਨੇਸ਼ਨ ਦੇ ਮਾਮਲੇ 'ਚ ਇਦਾਂ ਹੀ ਹੋਣਾ ਹੈ, ਕੋਈ ਬਹੁਤਾ ਫਰਕ ਨਹੀਂ ਹੋਣਾ। ਬਾਕੀ ਇਹਦੇ ਤੇ ਲੀਗਲ ਜਿਹੜੇ ਐਕਸਪਰਟ ਨੇ ਉਹੀ ਗੱਲ ਕਰ ਸਕਦੇ ਆ, ਤੇ ਕੱਲ ਇਹਦੇ ਤੇ ਆਪਾਂ ਕੁਝ ਬਿਲਕੁਲ ਜੀ। ਤੇ ਕੱਲ ਆਪਾਂ ਗੱਲ ਕਰਾਂਗੇ ਸਿੰਬੋਲਿਕ ਤੌਰ ਤੇ ਭਾਵੇਂ ਠੀਕ ਹੋਵੇ, ਪਰ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਇਹ ਕਾਨੂੰਨੀ ਦਾਅ ਪੇਚ ਦਾ ਸ਼ਿਕਾਰ ਅਸੀਂ ਹੋ ਜਾਣਾ ਆ ਜੇ ਅਸੀਂ ਰੱਦ ਕਰਕੇ, ਮੰਨ ਵੀ ਲਓ ਪੰਜਾਬ ਵਾਲੇ ਰੱਦ ਕਰ ਦਿੰਦੇ ਆ ਖਰੀਦਣੀ, ਤੇ ਫਿਰ FCI ਨੇ ਜਾਂ ਕੇਂਦਰ ਨੇ ਖਰੀਦਣੀ ਆ, ਪੰਜਾਬ ਸਰਕਾਰ ਤੇ ਉਸ ਫਸਲ ਚੁੱਕ ਨਹੀਂ ਨਾ ਸਕਦੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਸਮਾਂ ਹੋ ਗਿਆ, ਤੇ ਫਿਰ ਕੱਲ ਦੇ ਪ੍ਰੋਗਰਾਮ 'ਚ ਆਪਾਂ ਹੋਰ ਗੱਲਬਾਤ ਕਰਦੇ ਹਾਂ। ਸ਼ੁਕਰੀਆ ਸ਼ੁਕਰੀਆ ਜੀ, ਮਿਹਰਬਾਨੀ।